हालेलुया। परमेश्वर के पवित्र नाम की तारीफ होवे। आओ असीं कढांगे कहावतां 14 ਦੀ 12। कहावतां 14 ਦੀ 12। ਅਜਿਹਾ ਰਾਹ ਵੀ ਹੈ ਜੋ ਮਨੁੱਖ ਨੂੰ ਸਿੱਧਾ ਜਾਪਦਾ ਹੈ, ਪਰ ਉਸ ਦੇ ਅੰਤ ਵਿੱਚ ਮੌਤ ਦੇ ਰਾਹ ਹਨ। ਹਾਸੇ ਵਿੱਚ ਵੀ ਚਿੱਤ ਉਦਾਸ ਰਹਿੰਦਾ ਹੈ ਅਤੇ ਆਨੰਦ ਦੇ ਅੰਤ ਵਿੱਚ ਸੋਗ ਹੁੰਦਾ ਹੈ। ਮਨੁੱਖ ਆਪਣੀ ਚਾਲ ਦਾ ਅਤੇ ਸਰਮੁਖ ਆਪਣੀ ਕੀਤੀ ਦਾ ਫਲ ਭੋਗੇਗਾ। ਭੋਲਾ ਹਰੇਕ ਗੱਲ ਨੂੰ ਸੱਚ ਮੰਨਦਾ ਹੈ, ਪਰ ਸਿਆਣਾ ਵੇਖ ਭਾਲ ਕੇ ਚੱਲਦਾ ਹੈ। ਬੁੱਧਮਾਨ ਤਾਂ ਭੈ ਕਰਕੇ ਬੁਰਾਈ ਤੋਂ ਲਾਂਭੇ ਰਹਿੰਦਾ ਹੈ, ਪਰ ਮੂਰਖ ਢੀਠ ਹੋ ਕੇ ਨਿਡਰ ਰਹਿੰਦਾ ਹੈ। ਆਓ ਪੜ੍ਹੇ ਹੋਏ ਵਚਨ ਦੀ ਪ੍ਰਾਰਥਨਾ ਕਰੀਏ। ਹਾਲੇਲੂਇਆ। ਧੰਨਵਾਦ ਪਿਆਰੇ ਪ੍ਰਭੂ ਯਿਸੂ ਮਸੀਹ, ਸੱਚਮੁੱਚ ਤੇਰੇ ਮਹਾਨ ਪਿਤਾ। ਜਿਹੜੇ ਲੋਕ ਪ੍ਰਭੂ ਯਿਸੂ ਮਸੀਹ ਤੇਰੇ ਵਚਨ ਦਾ ਡਰ ਅਤੇ ਖੌਫ ਮੰਨਦੇ ਹਨ ਪ੍ਰਭੂ ਯਿਸੂ ਮਸੀਹ, ਸੱਚਮੁੱਚ ਪ੍ਰਭੂ ਯਿਸੂ ਮਸੀਹ ਖੁਦਾਵੰਦ ਹਮੇਸ਼ਾ ਹੀ ਤੇਰੇ ਵਚਨ ਤੇ ਆਮੀਨ ਬੋਲਦੇ ਹਨ, ਤੇਰੇ ਵਚਨ ਦੇ ਅਨੁਸਾਰ ਹੀ ਜੀਵਨ ਬਤੀਤ ਕਰਦੇ ਹਨ। ਲੇਕਿਨ ਮੂਰਖ ਲੋਕ ਖੁਦਾਵੰਦ ਪ੍ਰਭੂ ਜੀ ਤੇਰੇ ਵਚਨ ਨੂੰ ਪ੍ਰਭੂ ਜੀ ਤੁੱਛ ਸਮਝ ਬੈਠਦੇ ਹਨ ਤੇ ਮੇਰੇ ਮਹਾਨ ਪਿਤਾ ਆਖਿਰ ਦੇ ਵਿੱਚ ਪ੍ਰਭੂ ਯਿਸੂ ਮਸੀਹ ਮੌਤ ਨੂੰ ਪ੍ਰਾਪਤ ਕਰਦੇ ਹਨ। ਲੇਕਿਨ ਮੈਂ ਤੇਰਾ ਧੰਨਵਾਦ ਕਰਦਾ ਪ੍ਰਭੂ ਯਿਸੂ ਮਸੀਹ ਤੂੰ ਸੁਰਮਾ ਦਿੱਤਾ ਜੋ ਖੁਦਾਵੰਦ ਆਪਣੀ ਲਾੜੀ ਨੂੰ ਦਿੱਤਾ ਹੈ ਤੇ ਉਸ ਸੁਰਮੇ ਨੂੰ ਦੇਣ ਵਾਲਾ ਕੋਈ ਹੋਰ ਨਹੀਂ, ਸਾਡੇ ਯੁੱਗ ਦਾ ਨਬੀ ਭਾਈ ਵਿਲੀਅਮ ਬ੍ਰੈਨਮ ਸੀ, ਜਿਹਦੇ ਦੁਆਰਾ ਤੂੰ ਸੁਰਮੇ ਨੂੰ ਭੇਜਿਆ। ਤੇ ਜਦੋਂ ਲਾੜੀ ਨੇ ਆਪਣੀ ਅੱਖਾਂ 'ਚ ਸੁਰਮਾ ਪਾਇਆ ਤੇ ਮੇਰੇ ਮਹਾਨ ਪਿਤਾ ਲਾੜੀ ਨੂੰ ਪ੍ਰਭੂ ਯਿਸੂ ਮਸੀਹ ਉਸ ਪ੍ਰਕਾਸ਼ਨ ਦੇ ਬਾਰੇ ਪ੍ਰਭੂ ਜੀ ਸਭ ਕੁਝ ਪਤਾ ਲੱਗ ਗਿਆ ਪ੍ਰਭੂ ਜੀ, ਜੋ ਪ੍ਰਕਾਸ਼ਨ ਖੁਦਾਵੰਦ ਤੋਂ ਆਪਣੀ ਦੁਲਹਨ ਆਪਣੀ ਲਾੜੀ ਦੇ ਲਈ ਰੱਖਿਆ ਸੀਗਾ। ਮੈਂ ਤੇਰਾ ਧੰਨਵਾਦ ਕਰਦਾ ਮੇਰੇ ਮਹਾਨ ਪਿਤਾ ਪ੍ਰਭੂ ਜੀ। ਇਸ ਸਮੇਂ ਵਿੱਚ ਅਸੀਂ ਰਹਿ ਰਹੇ ਹਾਂ, ਜਿਸ ਸਮੇਂ ਵਿੱਚ ਲੋਕ ਘਮੰਡੀ ਹੋ ਗਏ ਹਨ, ਖੁਦਾਵੰਦ ਤੇਰੇ ਵਚਨ ਤੋਂ ਦੂਰ ਹੋ ਗਏ ਹਨ। ਹਰ ਕੋਈ ਖੁਦਾਵੰਦ ਪ੍ਰਭੂ ਯਿਸੂ ਮਸੀਹ ਆਪਣੀ ਤਿਆਰੀ ਵਿੱਚ ਲੱਗਾ ਹੈ, ਲੇਕਿਨ ਦੁਲਹਨ ਦੀ ਤਿਆਰੀ 'ਚ ਲੱਗੀ ਹੈ। ਦੁਲਹਨ ਦੀ ਤਿਆਰੀ ਹੈ ਤੇਰੇ ਵਚਨ ਨੂੰ ਪੂਰਾ ਕਰਨਾ, ਤੇਰੇ ਰਾਜ ਵਿੱਚ ਜਾਣਾ। ਲੇਕਿਨ ਸੰਸਾਰ ਕਿਸੇ ਹੋਰ ਤਿਆਰੀ ਦੇ ਵਿੱਚ ਹੈ। ਲੇਕਿਨ ਮੇਰੇ ਮਹਾਨ ਪਿਤਾ ਜੋ ਕੋਈ ਮੇਰੇ ਮਹਾਨ ਪਿਤਾ ਤੇਰੇ ਵਚਨ ਦੇ ਅਨੁਸਾਰ ਜੀਵਨ ਬਤੀਤ ਕਰਦਾ ਹੋਇਆ ਨਾ ਲੱਭਾ, ਉਹ ਮੇਰੇ ਮਹਾਨ ਪਿਤਾ ਨੂੰ ਰੱਖ ਦਿਆ ਕੋਈ ਸਿੱਟਿਆ ਜਾਵੇਗਾ। ਲੇਕਿਨ ਤੇਰੀ ਦੁਲਹਨ ਪ੍ਰਭੂ ਜੀ ਤੈਨੂੰ ਮਿਲਣ ਦੇ ਲਈ ਆਪਣੇ ਆਪ ਨੂੰ ਤਿਆਰ ਕਰ ਰਹੀ ਹੈ। ਮੈਂ ਤੇਰਾ ਧੰਨਵਾਦ ਕਰਦਾ। ਸਾਰਾ ਆਦਰ ਜਲਾਲ ਮਹਿਮਾ ਤੇਰੇ ਸਾਮਰਥੀ ਨਾਮ ਨੂੰ ਦਿੰਦਾ। ਜਿੰਨੇ ਭੈਣ ਭਾਈ ਸਥਾਨ 'ਚ ਬੈਠੇ ਹਨ, ਅੱਜ ਦਾ ਵਚਨ, ਅੱਜ ਦਾ ਛੋਟਾ ਸੰਦੇਸ਼ ਖੁਦਾਵੰਦ ਪ੍ਰਭੂ ਜੀ ਇਹਨਾਂ ਦੇ ਹਿਰਦਿਆਂ ਦੇ ਵਿੱਚ ਉਤਰੇ ਖੁਦਾਵੰਦ, ਤਾਂ ਕਿ ਮੇਰੇ ਮਹਾਨ ਪਿਤਾ ਆਪਣੇ ਜੀਵਨਾਂ ਦੇ ਵਿੱਚ ਤੇਰੇ ਵਚਨ ਨੂੰ ਲੈ ਕੇ ਆ ਸਕਣ, ਕਿਉਂਕਿ ਤੇਰਾ ਵਚਨ ਹੀ ਹੈ ਜੋ ਜੀਵਨ ਦਿੰਦਾ ਹੈ। ਤੇਰੇ ਵਚਨ ਤੋਂ ਇਲਾਵਾ ਕਿਸੇ ਵੀ ਚੀਜ਼ ਦੇ ਵਿੱਚ ਕੋਈ ਜੀਵਨ ਨਹੀਂ ਹੈ, ਕਿਸੇ ਵੀ ਸਥਾਨ 'ਚ ਜੀਵਨ ਨਹੀਂ ਹੈ, ਲੇਕਿਨ ਤੇਰੇ ਵਚਨ ਦੇ ਵਿੱਚ ਜੀਵਨ ਹੈ। ਜੋ ਕੋਈ ਤੇਰਾ ਮਾਂਸ ਅਤੇ ਲਹੂ ਖਾਂਦਾ ਪੀਂਦਾ ਹੈ ਪ੍ਰਭੂ ਜੀ, ਉਸਦੇ ਕੋਲ ਅਨੰਤ ਜੀਵਨ ਹੈ। ਲੇਕਿਨ ਮੇਰੇ ਮਹਾਨ ਪਿਤਾ ਜੋ ਕੋਈ ਤੇਰੇ ਮਾਂਸ ਅਤੇ ਲਹੂ ਨੂੰ ਖਾਂਦਾ ਪੀਂਦਾ ਨਹੀਂ, ਤੇਰੇ ਵਚਨ ਦੇ ਅਨੁਸਾਰ ਜੀਵਨ ਨਹੀਂ ਬਤੀਤ ਕਰਦਾ, ਉਹ ਮੇਰੇ ਮਹਾਨ ਪਿਤਾ ਰਾਹ ਤੋਂ ਭੁੱਲਿਆ ਹੋਇਆ ਹੈ ਖੁਦਾਵੰਦਾ। ਤੇ ਪ੍ਰਭੂ ਯਿਸੂ ਮਸੀਹ ਤੇ ਵੱਡੀ ਦਇਆ ਕਰ ਪ੍ਰਭੂ ਜੀ, ਕਿਰਪਾ ਕਰ। ਅੱਜ ਦੇ ਵਚਨ ਨੂੰ, ਅੱਜ ਦੇ ਸੰਦੇਸ਼ ਨੂੰ ਖੋਲ। ਸਾਰਾ ਆਦਰ ਜਲਾਲ ਮਹਿਮਾ ਪ੍ਰਭੂ ਯਿਸੂ ਮਸੀਹ ਦੇ ਸਾਮਰਥੀ ਨਾਮ ਨੂੰ ਮਿਲੇ। ਤੂੰ ਵੱਧਦਾ ਜਾਵੇਂ, ਅਸੀਂ ਘਟਦੇ ਜਾਈਏ ਖੁਦਾ। ਦਇਆ ਕਰ, ਕਿਰਪਾ ਕਰ, ਤੇਰੇ ਨਾਮ ਪ੍ਰਭੂ ਯਿਸੂ ਮਸੀਹ ਦੇ। ਹਾਲੇਲੂਇਆ। ਪਰਮੇਸ਼ਵਰ ਦੇ ਪਵਿੱਤਰ ਨਾਮ ਦੀ ਤਾਰੀਫ ਹੋਵੇ। ਅਸੀਂ ਪੜ੍ਹਿਆ ਕਹਾਵਤਾਂ ਦੇ ਵਿੱਚ ਅਸੀਂ ਪੜ੍ਹਿਆ ਆ, ਬੁੱਧਮਾਨ ਭੈ ਕਰਕੇ ਬੁਰਾਈ ਤੋਂ ਲਾਂਭੇ ਰਹਿੰਦਾ ਹੈ, ਪਰ ਮੂਰਖ ਢੀਠ ਹੋ ਕੇ ਨਿਡਰ ਰਹਿੰਦਾ ਹੈ। ਜਿਹੜਾ ਬੁੱਧਮਾਨ ਮਨੁੱਖ ਹੁੰਦਾ ਉਹਨੂੰ ਪਤਾ ਆ ਕਿ ਬੁਰਾਈ ਤੋਂ ਲਾਂਭੇ ਰਹਿਣਾ, ਲੇਕਿਨ ਜਿਹੜੇ ਮੂਰਖ ਇਨਸਾਨ ਆ ਉਹ ਢੀਠ ਬਣ ਕੇ ਜੀਵਨ ਬਤੀਤ ਕਰਦੇ ਆ। ਜੋ ਮਰਜ਼ੀ ਉਹਨਾਂ ਨੂੰ ਸਮਝਾਓ, ਲੇਕਿਨ ਉਹ ਲੋਕ ਕੀ ਕਰਦੇ, ਕਹਿਣਾ ਨਹੀਂ ਮੰਨਦੇ। ਇਸੇ ਹੀ ਤਰ੍ਹਾਂ ਅਸੀਂ ਬਾਈਬਲ 'ਚ ਕਈ ਵਾਰ ਪੜ੍ਹਿਆ, ਬਾਈਬਲ ਦੇ ਵਿੱਚ ਅਸੀਂ ਪੜ੍ਹਿਆ ਜਦੋਂ ਯਿਸੂ ਮਸੀਹ ਦੇ ਕੋਲ ਇੱਕ ਅਮੀਰ ਮਨੁੱਖ ਆਇਆ ਤੇ ਕਹਿੰਦਾ ਪ੍ਰਭੂ ਜੀ ਮੈਂ ਅਨੰਤ ਜੀਵਨ ਪ੍ਰਾਪਤ ਕਰਨਾ ਚਾਹੁੰਦਾ, ਮੈਂ ਕੀ ਕਰਾਂ? ਤੇ ਯਿਸੂ ਮਸੀਹ ਨੇ ਉਸ ਨੂੰ ਕਿਹਾ ਆਪਣਾ ਸਭ ਕੁਝ ਵੇਚ ਤੇ ਮੇਰੇ ਪਿੱਛੇ ਹੋ ਲੈ। ਪਹਿਲਾਂ ਪ੍ਰਭੂ ਨੇ ਉਹਨੂੰ ਕਿਹਾ ਸੀਗਾ ਵੀ ਤੂੰ ਹੁਕਮਾਂ ਨੂੰ ਮੰਨਿਆ ਕਰ। ਉਹ ਕਹਿੰਦਾ ਮੈਂ ਸਾਰੇ ਹੁਕਮ ਮੰਨਦਾ, ਬਚਪਨ ਤੋਂ ਸਭ ਕੁਝ ਕਰਦਾ ਮੈਂ। ਲੇਕਿਨ ਪ੍ਰਭੂ ਕਹਿੰਦਾ ਜੇ ਤੂੰ ਅਨੰਤ ਜੀਵਨ ਚਾਹੁੰਦਾ, ਆਪਣਾ ਸਭ ਕੁਝ ਕੰਗਾਲਾਂ ਨੂੰ ਵੇਚ ਤੇ ਮੇਰੇ ਪਿੱਛੇ ਹੋ ਲੈ। ਲੇਕਿਨ ਉਹਨੇ ਕੀ ਕੀਤਾ, ਪੈਸੇ ਦੇ ਖਾਤਰ ਉਹ ਆਪਣੇ ਉਦੇਸ਼ ਤੋਂ ਲਾਂਭੇ ਹੋ ਗਏ। ਖੁਦਾ ਨੇ ਉਹਦੇ ਜੀਵਨ 'ਚ ਇੱਕ ਉਦੇਸ਼ ਦਾ ਆਫਰ ਰੱਖਿਆ ਸੀ। ਖੁਦਾ ਨੇ ਇੱਕ ਆਫਰ ਰੱਖਿਆ ਸੀ ਉਹਦੇ ਜੀਵਨ ਦੇ ਵਿੱਚ ਕਿ ਜੇ ਤੂੰ ਅਨੰਤ ਜੀਵਨ ਚਾਹੁੰਦਾ, ਤੇਰਾ ਕਹਿਣਾ ਮੰਨ। ਕਿਉਂਕਿ ਖੁਦਾ ਕੀ ਕਰਦਾ, ਜੇ ਖੁਦਾ ਕਿਸੇ ਨੂੰ ਅਨੰਤ ਜੀਵਨ ਜੀਣਾ ਚਾਹੁੰਦਾ ਆ, ਉਹ ਸਭ ਤੋਂ ਪਹਿਲਾਂ ਉਹ ਤੋਂ ਹਰ ਇੱਕ ਚੀਜ਼ ਨੂੰ ਛੁਡਾ ਦਿੰਦਾ ਹੈ। ਕਿਉਂਕਿ ਖੁਦਾਵੰਦ ਕਦੇ ਵੀ ਖਾਲੀ ਭਾਂਡੇ ਨੂੰ ਇਸਤੇਮਾਲ ਨਹੀਂ ਕਰਦਾ। ਖੁਦਾਵੰਦ ਹਮੇਸ਼ਾ ਭਰੇ ਹੋਏ ਨੂੰ ਇਸਤੇਮਾਲ ਕਰਦਾ ਤੇ ਖੁਦਾਵੰਦ ਜਦੋਂ ਕਿਸੇ ਨੂੰ ਭਰ ਕੇ ਇਸਤੇਮਾਲ ਕਰਦਾ ਫਿਰ ਉਹਨੂੰ ਲਾਂਭੇ ਕਰ ਦਿੰਦਾ। ਅਸੀਂ ਪੜ੍ਹਿਆ ਕਈ ਵਾਰ ਬਾਈਬਲ ਦੇ ਵਿੱਚ ਜਦੋਂ ਅਲੀਸ਼ਾ ਉਸ ਤੀਵੀਂ ਦੇ ਕੋਲ ਗਿਆ ਤੇ ਉਹਨੇ ਕਿਹਾ ਆਪਣੇ ਭਾਂਡਿਆਂ ਦੇ ਵਿੱਚ ਤੇਲ ਇਕੱਠਾ ਕਰੀ, ਜਿਹੜਾ ਭਰਦਾ ਜਾਵੇ ਉਹਨੂੰ ਵੱਖ ਕਰਦਾ ਜਾਵੇ, ਵੱਖ ਕਰਦੀ ਜਾਵੇ। ਤੇ ਕੀ ਹੋਇਆ, ਉਹਨੇ ਵੱਖ ਕੀਤਾ। ਇਸੇ ਤਰ੍ਹਾਂ ਖੁਦਾਵੰਦ ਜਦੋਂ ਕਿਸ ਨੂੰ ਭਰਦਾ ਆਪਣੇ ਵਚਨ ਦੇ ਨਾਲ, ਉਹਨੂੰ ਸੰਸਾਰ ਤੋਂ ਅੱਡ ਕਰਦਾ। ਲੇਕਿਨ ਅੱਜ ਸੰਸਾਰੀ ਲੋਕ ਕੀ ਕਰਦੇ ਆ, ਉਹ ਆਪਣੇ ਆਪ ਨੂੰ ਵਚਨ ਦੇ ਨਾਲ ਭਰਨਾ ਨਹੀਂ ਚਾਹੁੰਦੇ। ਹਰ ਕੋਈ ਬੰਦਾ ਇੱਕ ਦੌੜ ਦੇ ਵਿੱਚ ਲੱਗਿਆ। ਭਾਈ ਬ੍ਰਾਹਨਮ ਨੇ ਕਿਹਾ ਕੋਈ ਬੰਦਾ ਪੈਸੇ ਦੀ ਦੌੜ 'ਚ ਲੱਗਿਆ, ਕੋਈ ਲੱਗਿਆ ਮੈਂ ਆਪਣੇ ਬੱਚਿਆਂ ਨੂੰ ਇੰਗਲੈਂਡ ਭੇਜਣਾ, ਅਮਰੀਕਾ ਭੇਜਣਾ। ਹਰ ਕੋਈ ਬੰਦੇ ਦਾ ਆਪਣਾ ਆਪਣਾ ਉਦੇਸ਼ ਆ, ਲੇਕਿਨ ਪਰਮੇਸ਼ਵਰ ਦਾ ਉਦੇਸ਼ ਪੂਰਾ ਕਰਨ ਵਾਲਾ ਕੋਈ ਨਹੀਂ ਦੇਖਦਾ। ਲੇਕਿਨ ਖੁਦਾ ਦਾ ਸ਼ੁਕਰਗੁਜ਼ਾਰ ਹਾਂ ਮੈਂ, ਇੱਕ ਛੋਟਾ ਝੁੰਡ ਹੈ ਜਿਹਦਾ ਨਾਮ ਦੁਲਹਨ ਹੈ, ਲਾੜੀ ਹੈ, ਜੋ ਇਸ ਜਗਤ ਦੀ ਨੀਂਹ ਧਰਨ ਤੋਂ ਪਹਿਲਾਂ ਹੀ ਖੁਦਾ ਨੇ ਆਪਣੇ ਪਵਿੱਤਰ ਲੋਕ ਠਹਿਰਾਏ ਸੀ, ਜਿਨ੍ਹਾਂ ਨੇ ਖੁਦਾ ਦੇ ਉਦੇਸ਼ ਨੂੰ ਪੂਰਾ ਕਰਨਾ।
लेकिन हर कोई खुदा दे उद्देश को पूरा नहीं कर सकता। दौड़ते बहुत आ चर्चा विच बहुत लोग आते हैं, संदेश नूं बहुत लोग ग्रहण करते हैं, लेकिन रैप्चर विच सारे नहीं जाणगे। इस गल नूं हमेशा याद रखना, हर बंदा संदेश दे चर्च विच आउण वाला रैप्चर च नहीं जावेगा, ओही जावेगा जिहड़ा खुदावंद दी मर्जी नूं पूरा करे। ते अज की आ लोग सोचते सी संदेश दे चर्च चले गए हैं, असीं यीशु मसीह नाम च बसमा लैना काफी है। लेकिन जो तुसीं अपना जीवन नहीं सुधार ले, खुदावंद ने एक भी कमी नहीं रहण देनी बंदे, एक भी कमी रह गई उन्हें इत्थे छड्ड देना। ਤੁਹਾਨੂੰ ਪਤਾ ਜਦੋਂ 에ਅਰੋਪਲੇਨ ਜਾਂ ਜਹਾਜ਼ ਉੱਡਦਾ ਆ, ਜਹਾਜ਼ ਉੱਡਣ ਤੋਂ ਪਹਿਲਾਂ ਜਦੋਂ ਹਵਾਈ ਜਹਾਜ਼ ਉੱਡਦਾ ਆ, ਉਹਦੀ ਕਈ ਘੰਟੇ ਤੱਕ ਜਾਂਚ ਕੀਤੀ ਜਾਂਦੀ ਹੈ, ਛੋਟੀ ਛੋਟੀ ਬਰੀਕੀਆਂ ਵੀ ਨੋਟ ਕੀਤੀਆਂ ਜਾਂਦੀਆਂ। ਜੇ ਛੋਟੀ ਜਿਹੀ ਵੀ ਗਲਤੀ ਜਾਂ ਬਰੀਕੀ ਉਹਦੇ ਵਿੱਚ ਰਹਿ ਜਾਵੇ ਤੇ ਇੱਕ ਹਾਦਸਾ ਹੋ ਜਾਂਦਾ ਤੇ ਸਾਰੇ ਹੀ ਮਾਰੇ ਜਾਂਦੇ, ਪਾਇਲਟ ਵੀ ਮਾਰਿਆ ਜਾਂਦਾ, ਕਰੂ ਮੈਂਬਰ ਵੀ ਮਾਰੇ ਜਾਂਦੇ, ਜਿਹੜੇ ਵਿੱਚ ਬੈਠੇ ਹੁੰਦੇ ਸਵਾਰੀਆਂ ਉਹ ਵੀ ਮਾਰੀਆਂ ਜਾਂਦੀਆਂ। ਇਸ ਕਰਕੇ ਜਦੋਂ ਖੁਦਾਵੰਦ ਆਪਣੇ ਸੇਵਕ ਨੂੰ ਨਿਯੁਕਤ ਕਰਦਾ, ਕਿਸ ਨੂੰ, ਜਿਹੜਾ ਸੇਵਕ ਲੋਕਾਂ ਨੂੰ ਰੈਪਚਰ ਵਾਸਤੇ ਤਿਆਰ ਕਰੇ, ਤੇ ਖੁਦਾਵੰਦ ਉਹਨੂੰ ਸੰਸਾਰ ਤੋਂ ਪੂਰੀ ਤਰ੍ਹਾਂ ਮਾਰ ਦਿੰਦਾ। ਲੇਕਿਨ ਅੱਜ ਲੋਕਾਂ ਨੂੰ ਸੇਵਕਾਂ ਦੇ ਵਿੱਚ ਛੱਡ ਦਿੰਦਾ। ਅੱਜ ਲੋਕ ਜਾਂਦੇ ਆ ਬਾਹਰ ਚਰਚਾਂ ਵਿੱਚ, ਯੀਸ਼ੂ ਮਸੀਹ ਦੇ ਨਾਮ ਤੇ ਬਸਮਾ ਲੈਂਦੇ ਆ, ਕਹਿੰਦੇ ਹਾਂ ਸਾਡੇ ਪਾਪ ਮਾਫ ਹੋ ਗਏ, ਫਿਰ ਗਲਤੀਆਂ ਕਰਦੇ ਆ, ਫਿਰ ਵਿਚਾਰੀਆਂ ਕਰਦੇ ਆ, ਸ਼ਰਾਬਾਂ ਪੀਂਦੇ, ਕਿਉਂਕਿ ਸਾਡੇ ਯੁੱਗ ਦੇ ਨਬੀ ਨੇ ਕਿਹਾ ਲੋਕ ਗਲਤੀਆਂ ਕਰਦੇ ਆ, ਗਲਤੀਆਂ ਤੇ ਗਲਤੀਆਂ ਕਰਦੇ ਆ। ਉਹ ਸੋਚਦੇ ਸ਼ਾਇਦ ਪ੍ਰਭੂ ਸਾਡੇ ਹੱਥਾਂ ਦੀ ਕਠਪੁਤਲੀ ਆ, ਸਾਨੂੰ ਬਾਰ-ਬਾਰ ਮਾਫੀ ਮਿਲੀ ਜਾਣੀ। लेकिन संत पौलुस कहता बार बार माफी नहीं, माफी ਉਹਦੇ ਵਾਸਤੇ ਹੁੰਦੀ ਜਿਹੜਾ ਬੰਦਾ ਅਣਜਾਣ। ਅੱਜ ਲੋਕ ਆਪਣੇ ਆਪ ਨੂੰ ਵਿਸ਼ਵਾਸੀ ਕਹਿੰਦੇ ਆ, ਖੁਦਾ ਦੇ ਬੇਟੇ ਬੇਟੀਆਂ ਕਹਿੰਦੇ ਆ, ਉਹਨਾਂ ਨੂੰ ਇਹ ਨਹੀਂ ਪਤਾ ਸੇਵਕ ਕਿੱਦਾਂ ਦਾ ਹੋਣਾ ਚਾਹੀਦਾ। ਲੋਕ ਉਹਨਾਂ ਸੇਵਕਾਂ ਕੋਲ ਜਾ ਕੇ ਬੈਪਟਾਈਜ਼ ਲੈ ਲੈਂਦੇ ਜਿਨ੍ਹਾਂ ਨੇ ਵਿਆਹ ਹੀ ਦੋ ਕੀਤੇ ਹੋਏ, ਜਨਾਨੀਆਂ ਰੱਖੀਆਂ, ਔਰਤਾਂ ਰੱਖੀਆਂ। ਉਹ ਜਿਹਦਾ ਆਪ ਉਧਾਰ ਨਹੀਂ ਹੋ ਸਕਦਾ, ਉਹ ਦੂਜੇ ਨੂੰ ਉਧਾਰ ਦੇ ਵਿੱਚ ਕਿੱਦਾਂ ਲੈ ਕੇ ਜਾਏ। ਜਿਹੜਾ ਬਚਨ 'ਚ ਖੁਦ ਪਰਫੈਕਟ ਨਹੀਂ ਆ, ਉਹ ਦੂਜੇ ਨੂੰ ਵੀ ਦਾਵਾ ਨਹੀਂ ਪੇਸ਼ ਕਰ ਸਕਦਾ ਵੀ ਮੈਂ ਤੈਨੂੰ ਰੈਪਚਰ ਦੇ ਵਿੱਚ ਲੈ ਕੇ ਜਾਵਾਂ ਜਾਂ ਮੈਂ ਤੁਹਾਨੂੰ ਰੈਪਚਰ ਬਾਰੇ ਦੱਸਾਂਗਾ। ਕਿਉਂਕਿ ਜਿਹੜਾ ਮਨੁੱਖ ਲੋਕਾਂ ਨੂੰ ਸਿਖਾ ਰਿਹਾ ਉਹਦਾ ਜੀਵਨ ਸਮਰਪਿਤ ਹੋਣਾ ਚਾਹੀਦਾ ਆ, ਤੇ ਉਹ ਬਾਈਬਲ ਦੇ ਅਨੁਸਾਰ ਇੱਕੋ ਹੀ ਪਤਨੀ ਦਾ ਪਤੀ ਹੋਣਾ ਚਾਹੀਦਾ ਹੈ। ਉਹਦੀ ਦੋ ਪਤਨੀਆਂ ਨਹੀਂ ਹੋਣੀ ਚਾਹੀਦੀ, ਉਹ ਸ਼ਰਾਬੀ ਕਬਾਬੀ ਨਹੀਂ ਹੋਣਾ ਚਾਹੀਦਾ। ਇਹ ਗੱਲਾਂ ਬਹੁਤ ਮਾਇਨੇ ਰੱਖਦੀਆਂ, ਲੇਕਿਨ ਲੋਕ ਸੋਚਦੇ ਆ, ਅੱਜ ਅਸੀਂ ਦੇਖਦੇ ਆ ਹਰ ਕੋਈ ਬੰਦਾ ਕੀ ਕਰਦਾ, ਸਾਰਿਆਂ ਕੋਲ ਫੋਨ ਆ, ਲੋਕ ਕੀ ਕਰਦੇ ਆ, ਸਟੇਟਸ ਲਾਉਂਦੇ ਆ, ਸਟੇਟਸ ਲਾਉਂਦੇ ਕਿੱਦਾਂ ਦੇ ਡਾਇਲੋਗ ਬਾਜੀ, ਫਿਲਮਾਂ ਦੇ ਡਾਇਲੋਗ ਬਾਜੀ, ਜ਼ਿੰਦਗੀ में निराशा आ गई, ਇਹ ਹੋ ਗਿਆ, ਉਹ ਹੋ ਗਿਆ। ਇਹ ਸਭ ਡਾਇਲੋਗ ਬਾਜੀ ਕਿੰਨਾ ਦੇ ਕੰਮ ਆ? ਇਹ ਸਾਫ਼ ਦਰਸਾਉਂਦੇ ਆ ਸਰੀਰਕ ਲੋਕਾਂ ਦੇ ਕੰਮ ਨੇ। ਫਿਰ ਉਹ ਲੋਕ ਕਹਿੰਦੇ ਅਸੀਂ ਆਤਮਿਕ ਆ, ਆਤਮਾ ਦਾ 1% ਉਹਨਾਂ ਦੇ ਵਿੱਚ ਨਹੀਂ। ਤੁਸੀਂ ਬਾਈਬਲ 'ਚ ਪੜ੍ਹ ਲਓ, ਯੂਸਫ ਜੇਲ੍ਹ 'ਚ ਰਿਹਾ, ਉਹਨੇ ਕੋਈ ਡਾਇਲੋਗ ਬਾਜੀ ਨਹੀਂ ਮਾਰੀ, ਕਿਸ ਨਾਲ ਕੁਝ ਨਹੀਂ ਕੀਤਾ। ਉਹ ਆਪਣਾ ਜੀਵਨ ਪ੍ਰਭੂ ਨੂੰ ਸਮਰਪਿਤ ਕਰਕੇ ਚੱਲਦਾ ਰਿਹਾ। ਇਸੇ ਤਰ੍ਹਾਂ ਅੱਜ ਵੀ ਉਹਦੇ ਲੋਕ ਕਰਦੇ ਆ, ਸਮਰਪਿਤ ਜੀਵਨ ਕਰਕੇ ਖੁਦਾ ਦੇ ਵਿੱਚ ਚੱਲਦੇ। ਲੇਕਿਨ ਲੋਕਾਂ ਦੇ ਜੀਵਨ ਦੋਗਲੇ, ਲੋਕ ਆਪਣੇ ਆਪ ਨੂੰ ਆਤਮਿਕਤਾ ਪੇਸ਼ ਕਰਨਾ ਚਾਹੁੰਦੇ ਆ, ਲੇਕਿਨ ਜੀਵਨ ਨਹੀਂ ਬਤੀਤ ਕਰਨਾ ਚਾਹੁੰਦੇ। ਇਸੇ ਤਰ੍ਹਾਂ ਜਦੋਂ ਅਮੀਰ ਮਨੁੱਖ ਪ੍ਰਭੂ ਯੀਸ਼ੂ ਮਸੀਹ ਦੇ ਕੋਲ ਆਇਆ, ਉਹ ਆਪਣੇ ਆਪ ਨੂੰ ਦਰਸਾ ਰਿਹਾ ਸੀਗਾ। ਪ੍ਰਭੂ ਨੇ ਉਹਨੂੰ ਪਿਆਰ ਵੀ ਕੀਤਾ, ਬਾਈਬਲ ਕਹਿੰਦੀ ਪ੍ਰਭੂ ਨੇ ਉਹਨੂੰ ਪਿਆਰ ਕੀਤਾ। ਉਹਨੇ ਆਪਣੇ ਆਪ ਨੂੰ ਦਰਸਾਇਆ ਕਿ ਪ੍ਰਭੂ ਮੈਂ ਤਾਂ ਸਾਰੇ ਹੁਕਮਾਂ ਨੂੰ ਮੰਨਦਾ ਆਇਆ ਬਚਪਨ ਤੋਂ। ਬੜਾ ਹੀ ਉਹਨੇ ਰੋਗ ਦੇ ਵਿੱਚ ਆ ਕੇ ਕਿਹਾ, ਪ੍ਰਭੂ ਮੈਂ ਤਾਂ ਬਚਪਨ ਤੋਂ ਹੀ ਸਾਰੇ ਹੁਕਮਾਂ ਨੂੰ ਮੰਨਦਾ। ਪ੍ਰਭੂ ਕਹਿੰਦਾ ਇਹ ਕਾਫੀ ਨਹੀਂ ਹੈ, ਜੇ ਤੂੰ ਅਨੰਤ ਜੀਵਨ ਚਾਹਨਾ ਆਪਣਾ ਸਭ ਕੁਝ ਵੇਚ ਤੇ ਮੇਰੇ ਪਿੱਛੇ ਹੋ ਲੈ। ਅੱਜ ਪ੍ਰਭੂ ਕੀ ਚਾਹੁੰਦਾ ਹੈ? ਕਿ ਅੱਜ ਪ੍ਰਭੂ ਚਾਹੁੰਦਾ ਤੁਸੀਂ ਮਕਾਨਾਂ ਨੂੰ ਵੇਚ ਦਵੋ, ਆਪਣੀ ਜ਼ਮੀਨਾਂ ਵੇਚ ਦਵੋ? ਨਹੀਂ, ਉਹ ਸਮਾਂ ਹੋਰ ਸੀਗਾ, ਪ੍ਰਭੂ ਉਸ ਨਾਲ ਹੋਰ ਐਂਗਲ ਤੇ ਗੱਲ ਕਰ ਰਿਹਾ ਸੀ। ਲੇਕਿਨ ਅੱਜ ਪ੍ਰਭੂ ਕੀ ਚਾਹੁੰਦਾ? ਅੱਜ ਪ੍ਰਭੂ ਚਾਹੁੰਦਾ ਤੁਸੀਂ ਆਪਣੇ ਜੀਵਨ ਵਿੱਚ ਲੱਗੇ ਜੋ ਜੋਕਾਂ ਤੁਹਾਡੇ ਜੀਵਨ 'ਚ ਲੱਗੀਆਂ ਸੰਸਾਰ ਦੀਆਂ, ਉਹਨੂੰ ਸਿੱਟ ਦਿਓ ਤੇ ਯੀਸ਼ੂ ਮਸੀਹ ਨੂੰ ਆਪਣਾ ਜੀਵਨ ਸਮਰਪਿਤ ਕਰ ਦਿਓ। ਅੱਜ ਤੁਸੀਂ ਦੇਖਿਆ ਅਮੀਰ ਤੋਂ ਅਮੀਰ ਬੰਦਾ 'ਚ ਬੈਠਾ ਆ, ਇਹੋ ਜਿਹੇ ਲੋਕ ਆ ਜਿਹੜੇ ਸੋਨੇ ਦੇ ਭਾਂਡਿਆਂ 'ਚ ਖਾਣਾ ਖਾਂਦੇ ਆ, ਚਾਂਦੀ ਦੇ ਭਾਂਡਿਆਂ 'ਚ ਖਾਣਾ ਖਾਂਦੇ। ਇਹੋ ਜਿਹੇ ਲੋਕ ਸੰਸਾਰ 'ਚ ਬੈਠੇ ਆ। ਲੇਕਿਨ ਇੱਕ ਦਿਨ ਕੀ ਹੁੰਦਾ, ਜਦੋਂ ਮੌਤ ਆਉਂਦੀ ਆ, ਉਹਨਾਂ ਦੀ ਹੱਡੀਆਂ ਦਾ ਕੀ ਕਰ ਦਿੱਤਾ ਜਾਂਦਾ? ਕਈਆਂ ਨੂੰ ਜਲਾ ਦਿੱਤਾ ਜਾਂਦਾ, ਕਈਆਂ ਨੂੰ ਦਫਨਾ ਦਿੱਤਾ ਜਾਂਦਾ ਹੈ। ਭਾਈ ਬ੍ਰੈਨਮ ਨੇ ਕਿਹਾ, ਇੱਕ ਸੰਦੇਸ਼ 'ਚ ਭਾਈ ਬ੍ਰੈਨਮ ਨੇ ਕਿਹਾ, ਤੁਹਾਡੀਆਂ ਲਾਲ ਗੱਲਾਂ ਜਿਹੜੇ ਵੀ ਬੜੀ ਰੌਣਕ ਮਾਰ ਰਹੀਆਂ, ਤੁਹਾਡੀਆਂ ਲਾਲ ਗੱਲਾਂ ਜਦੋਂ ਕਬਰ ਦੇ ਵਿੱਚ ਤੁਸੀਂ ਜਾਓਗੇ, ਉਹ ਸਭ ਕੁਝ ਮਿੱਟੀ ਹੋ ਜਾਣਾ, ਸਾਰਾ ਕੁਝ ਮਿੱਟੀ ਹੋ ਜਾਣਾ। ਲੇਕਿਨ ਜਿਹੜੇ ਲੋਕ ਖੁਦਾ ਦੇ ਵਿੱਚ ਚੱਲਦੇ ਆ, ਉਹਨਾਂ ਦੇ ਲਈ ਆਸ ਹੈ। ਪਿਛਲੇ ਸਮੇਂ ਵਿੱਚ ਸਾਡੇ ਬਹੁਤ ਸੇਵਕ ਪ੍ਰਭੂ ਦੇ ਕੋਲ ਚਲੇ ਗਏ, ਲੇਕਿਨ ਸਾਨੂੰ ਉਸ ਦਾ ਕੋਈ ਕੰਮ ਨਹੀਂ ਹੈ, ਕਿਉਂਕਿ ਅਸੀਂ ਜਾਣਦੇ ਆ ਇੱਕ ਦਿਨ ਉਹ ਫਿਰ ਜਿਉਂਦਾ ਖੜੇ ਹੋ ਜਾਣਗੇ, ਰੈਪਚਰ ਵਿੱਚ ਜਾਣਗੇ। ਇਸ ਕਰਕੇ ਉਹਨਾਂ ਲੋਕਾਂ ਨੂੰ
ਜਿਹੜੇ ਲੋਕ ਬਚਨ ਤੋਂ ਬਾਹਰ ਆ ਉਹਨਾਂ ਲੋਕਾਂ ਨੂੰ ਟੈਨਸ਼ਨ ਆ, ਲੇਕਿਨ ਜਿਹੜੇ ਲੋਕ ਖੁਦਾ ਦੇ ਵਿੱਚ ਸੌਂਦੇ ਆ ਮਰਦੇ ਉਹਨਾਂ ਨੂੰ ਕੋਈ ਟੈਨਸ਼ਨ ਨਹੀਂ ਆ। ਅਮੀਰ ਮਨੁੱਖ ਜਦੋਂ ਮਰਿਆ, ਬਾਈਬਲ ਸਾਫ਼ ਬਿਆਨ ਕਰਦੀ ਆ ਅਮੀਰ ਮਨੁੱਖ ਕਿਉਂ ਮਰਿਆ, ਕਿਉਂਕਿ ਉਹਨੇ ਜਿਉਂਦੇ ਯਹੋਵਾ ਪਰਮੇਸ਼ਵਰ ਦੀ ਅਣਆਗਿਆਕਾਰੀ ਕੀਤੀ ਤੇ ਗਿਆ ਕਿੱਥੇ? ਨਰਕ ਦੇ ਵਿੱਚ ਚਲਾ ਗਿਆ। ਨਾ ਵਿਸ਼ਵਾਸ ਹੁੰਦਾ ਸੀ, ਸਾਰੇ ਕੰਮੋਂ ਦਾ ਮੈਂ ਕਰਦਾ ਸੀ ਬਚਪਨ ਤੋਂ, ਲੇਕਿਨ ਨਰਕ ਦੇ ਵਿੱਚ ਚਲਾ ਗਿਆ। ਅੱਜ ਲੋਕ ਦਾਵਾ ਕਰਦੇ ਅਸੀਂ ਖੁਦਾ ਦੀ ਰਾਹ ਕਰਦੇ, ਅਸੀਂ ਖੁਦਾ ਦੀ ਉਹ ਕਰਦੇ, ਇਹ ਚੀਜ਼ਾਂ ਨਹੀਂ ਐਵੇਂ ਕਰਦੇ। ਤੁਸੀਂ ਜਿੰਨੇ ਮਰਜ਼ੀ ਫਾਸਟ ਰੱਖੋ, ਜੇ ਤੁਸੀਂ ਵਚਨ ਤੇ ਆਮੀਨ ਨਹੀਂ ਬੋਲਦੇ, ਵਚਨ ਦੇ ਉੱਪਰ ਜੀਵਨ ਨਹੀਂ ਬਤੀਤ ਕਰਦੇ, ਜੋ ਮਰਜ਼ੀ ਕਰੀ ਜਾਓ, ਜਿੱਥੇ ਮਰਜ਼ੀ ਚਲੇ ਜਾਓ, ਕਦੇ ਵੀ ਤੁਸੀਂ ਜੀਵਨ ਨੂੰ ਪ੍ਰਾਪਤ ਨਹੀਂ ਕਰੋਗੇ। ਜੀਵਨ ਪ੍ਰਾਪਤ ਕਰਨਾ ਛੋਟੀ ਗੱਲ ਹੈ। ਲੋਕਾਂ ਨੇ ਮਜ਼ਾਕ ਸਮਝ ਲਿਆ, ਪਾਦਰੀ ਨੂੰ 500 ਰੁਪਏ ਦੇ ਦਿਓ ਤੇ ਜੀਵਨ ਪ੍ਰਾਪਤ ਹੋ ਜਾਣਾ ਹੈ। ਇੱਥੇ ਉਹ ਪਾਦਰੀ ਨਹੀਂ ਹੈ ਜਿਹੜਾ 500 ਰੁਪਏ ਦੇ ਵਿਕ ਜੂਗਾ। ਇੱਥੇ ਖੁਦਾ ਦਾ ਉਹ ਖਾਲਸ ਵਚਨ ਆ ਜਿਹੜਾ ਕੀ ਕਰਦਾ, ਗੁੱਦੇ ਗੁੱਦੇ ਨੂੰ ਬਿਨ ਸੁੱਟਦਾ ਹੈ, ਕਿਉਂਕਿ ਖੁਦਾ ਦਾ ਵਚਨ ਕਿਸ ਦਾ ਲਿਹਾਜ਼ ਨਹੀਂ ਲੈਂਦਾ। ਉਹਨੇ ਆਪਣੇ ਨਬੀਆਂ ਰਸੂਲਾਂ ਦਾ ਵੀ ਲਿਹਾਜ਼ ਨਹੀਂ ਲਿਆ। ਉਹਨੇ ਮੂਸਾ ਨੂੰ ਕਿਹਾ ਸੀ ਤੂੰ ਉਸ ਦੇਸ਼ 'ਚ ਨਹੀਂ ਜਾਏਂਗਾ, ਨਹੀਂ ਗਿਆ। ਖੁਦਾ ਨੇ ਲਿਹਾਜ਼ ਨਹੀਂ ਲੈਂਦਾ ਕਦੇ ਵੀ। ਖੁਦਾ ਦੇ ਸਾਹਮਣੇ ਕੀਤੀ ਹੋਈ ਗਲਤੀ ਦੀ ਕੋਈ ਮਾਫੀ ਨਹੀਂ ਹੈ। ਲੋਕੀ ਕਹਿੰਦੇ ਪ੍ਰਭੂ ਪਿਆਰ ਕਰਦਾ, ਮਾਫ ਕਰ ਦੇਗਾ। ਫਿਰ ਅਮੀਰ ਬੰਦੇ ਨੂੰ ਕਿਉਂ ਨਹੀਂ ਮਾਫ ਕੀਤਾ ਹੋਇਆ? ਅਮੀਰ ਬੰਦਾ ਤਾਂ ਸਭ ਕੁਝ ਹੀ ਕਰੀ ਜਾਂਦਾ ਸੀ ਪ੍ਰਭੂ ਦੇ ਕੰਮ, ਲੇਕਿਨ ਉਹਨੇ ਖੁਦਾ ਦਾ ਕਹਿਣਾ ਨਹੀਂ ਸੀ ਮੰਨਿਆ। ਜਦੋਂ ਖੁਦਾ ਦਾ ਕਹਿਣਾ ਨਹੀਂ ਮੰਨਿਆ ਤੇ ਕਿੱਥੇ ਚਲਾ ਗਿਆ? ਨਰਕ ਦੀ ਅੱਗ ਦੇ ਵਿੱਚ ਚਲਾ ਗਿਆ। ਲੇਕਿਨ ਉਹੀ ਲਾਜ਼ਰ ਜਿਹੜਾ ਧਰਤੀ ਦੇ ਦੁੱਖ ਦੇ ਨਾਲ ਜੀਵਨ ਬਤੀਤ ਕਰਦਾ ਸੀਗਾ, ਜਿਹਨੂੰ ਦੇਖ ਕੇ ਲੋਕ ਹੱਸਦੇ ਵੀ ਹੋਣੇ, ਕੁੱਤੇ ਆ ਕੇ ਉਹਦੇ ਜ਼ਖਮਾਂ ਨੂੰ ਚੜਦੇ ਸੀ, ਉਹ ਕਿੱਥੇ ਚਲਾ ਗਿਆ? ਉਹ ਇਬਰਾਹਿਮ ਦੀ ਗੋਦ ਵਿੱਚ ਚਲਾ ਗਿਆ। ਤੇ ਅਮੀਰ ਮਨੁੱਖ ਕਹਿੰਦਾ ਪਿਤਾ ਇਬਰਾਹਿਮ ਇਹਨੂੰ ਭੇਜ, ਇੱਕ ਉਂਗਲੀ ਆਪਣੀ ਗਿੱਲੀ ਕਰਕੇ ਮੇਰੀ ਜ਼ੁਬਾਨ ਲਾਵੇ ਤੇ ਮੈਨੂੰ ਲਿਖਤ ਕਰੇ। ਜਦੋਂ ਤੱਕ ਤੁਸੀਂ ਜਿਉਂਦੇ ਹੋ, ਤੁਹਾਡੇ ਵਿੱਚ ਸਾਹ ਪ੍ਰਾਣ ਆ, ਤੁਹਾਡੇ ਕੋਲ ਮੌਕਾ ਹੈਗਾ ਆਪਣੇ ਜੀਵਨ ਨੂੰ ਸੁਧਾਰੋ, ਕਿਉਂਕਿ ਭਾਈ ਇਬਰਾਹਿਮ ਨੇ 1200 ਤੋਂ ਵੱਧ ਸੰਦੇਸ਼ ਪ੍ਰਚਾਰ ਕੀਤੇ ਆ। ਉਹਨਾਂ ਦਾ ਇੱਕੋ ਹੀ ਨਿਚੋੜ ਆ, ਜੀਵਨ ਗਿਆਨ ਇਕੱਠਾ ਕਰਨ ਨੂੰ ਨਹੀਂ ਕਿਹਾ ਭਾਈ ਇਬਰਾਹਿਮ ਨੇ ਕਿ 4 ਸੰਦੇਸ਼ ਪੜ੍ਹ ਲਈ ਮੈਨੂੰ ਬੜਾ ਗਿਆਨ ਆ ਜੀ, ਮੈਂ ਗੱਲ ਨਹੀਂ ਕਰਨ ਦਿੰਦਾ। ਗਿਆਨ ਹੀ ਆ ਜੀਵਨ ਕਿੱਥੇ ਚਲਾਣਾ। ਜੇ ਜੀਵਨ ਨਹੀਂ ਆ ਤੇ ਰੈਪਚਰ ਵੀ ਨਹੀਂ। ਇਸੇ ਤਰ੍ਹਾਂ ਹੋਣਾ ਹੈ। ਜੇ ਤੁਹਾਡਾ ਜੀਵਨ ਵਚਨ ਦੇ ਅਨੁਸਾਰ ਨਹੀਂ ਆ, ਤੁਸੀਂ ਰੈਪਚਰ 'ਚ ਕਦੇ ਨਹੀਂ ਜਾ ਸਕਦੇ। ਜਿਹੜਾ ਬੰਦਾ ਰੈਪਚਰ 'ਚ ਨਹੀਂ ਗਿਆ ਉਹ ਇੱਥੇ ਮਰੂਗਾ। ਲੋਕੀ ਰੋਣਗੇ, ਲਾਸ਼ਾਂ ਨੂੰ ਕੀ ਕੀਤਾ ਜਾਵੇਗਾ? ਕਬਰਾਂ 'ਚ ਪਾ ਦਿੱਤਾ ਜਾਵੇਗਾ। ਕੀੜੇ ਆਣਗੇ ਤੇ ਖਾ ਜਾਣਗੇ ਸਾਰਾ ਕੁਝ ਤਬਾਹ। ਅੱਜ ਇਹੀ ਕੁਝ ਹੁੰਦਾ ਕਿ ਤਗੜੇ ਬੰਦਿਆਂ ਚ ਮੈਂ ਦੇਖ ਰਿਹਾ ਬਹੁਤ ਲੋਕ ਇਸ ਦੁਨੀਆ 'ਚ ਵੱਡੇ ਲੋਕ ਮਰ ਰਹੇ, ਕਿਸੇ ਨੂੰ ਗੋਲੀ ਮਾਰ ਰਹੀ ਸੀ ਜਾਂ ਕੁਝ ਕੀਤਾ ਜਾ ਰਿਹਾ। ਹੋ ਕੀ ਰਿਹਾ? ਉਹ ਕਰੋੜਾਂ ਰੁਪਈਆ ਕਿੱਥੇ ਚਲਾ ਗਿਆ? ਉੱਥੇ ਤਾਂ ਉੱਥੇ ਰੱਖਿਆ, ਲੇਕਿਨ ਉਹ ਆਪ ਕਿੱਥੇ ਚਲੇ ਗਏ? ਮੌਤ ਦੇ ਵਿੱਚ। ਕੋਈ ਲਾਭ ਹੋਇਆ ਪੈਸੇ ਦਾ? ਇਸ ਕਰਕੇ ਸਾਡੇ ਯੁੱਗ ਦੇ ਨਬੀ ਨੇ ਕਿਹਾ ਮੂਰਤੀ ਪੂਜਕ ਲੋਕ ਜਿਹੜੇ ਅਸਲੀ ਮੂਰਤੀ ਪੂਜਕ ਜਿਹੜੇ ਨੇ, ਅਸਲੀ ਮੂਰਤੀ ਪੂਜਕ ਕ੍ਰਿਸਚਨ ਲੋਕ ਨੇ, ਜਿਨ੍ਹਾਂ ਨੇ ਮਸੀਹ ਨਾਮਧਾਰੀ, ਭਾਈ ਇਬਰਾਹਿਮ ਕਹਿੰਦਾ ਇਹ ਨਾਮਧਾਰੀ ਲੋਕ ਆ, ਜਿਨ੍ਹਾਂ ਨੇ ਦਿਖਾਵੇ ਦੇ ਤੌਰ ਤੇ ਆਪਣੇ ਆਪ ਨੂੰ ਕੀ ਕੀਤਾ ਆ? ਮਸੀਹ ਦੇ ਅੱਗੇ ਖੜਾ ਕੀਤਾ ਹੈ ਦਿਖਾਵੇ ਦੇ ਤੌਰ ਤੇ, ਲੇਕਿਨ ਕਹਿਣਾ ਨਹੀਂ ਮੰਨਦੇ, ਉਹਦਾ ਕਹਿਣਾ ਨਹੀਂ ਮੰਨਦੇ। ਹੁਣ ਅਸੀਂ ਪੜਾਂਗੇ ਮੱਤੀ 23:15। ਮੱਤੀ 23:15 ਚ ਲਿਖਿਆ ਆ, ਹੇ ਕਪਟੀ ਗ੍ਰੰਥੀਓ ਅਤੇ ਫਰੀਸੀਓ, ਤੁਹਾਡੇ ਉੱਤੇ ਹਾਏ ਹਾਏ, ਕਿਉਂ ਜੋ ਤੁਸੀਂ ਇੱਕ ਮਨੁੱਖ ਨੂੰ ਆਪਣੇ ਪੰਥ ਵਿੱਚ ਰੜਾਉਣ ਲਈ ਜਲ ਥਲ ਗਾਉਂਦੇ ਹੋ ਅਤੇ ਜਾਂ ਉਹ ਆ ਚੁੱਕਿਆ ਤਾਂ ਤੁਸੀਂ ਉਸ ਨੂੰ ਆਪਣੇ ਨਾਲੋਂ ਦੂਣਾ ਨਰਕ ਦਾ ਪੁੱਤਰ ਬਣਾਉਂਦੇ ਹੋ। ਹੇ ਅੰਨੇ ਆਗੂਓ, ਤੁਹਾਡੇ ਉੱਤੇ ਹਾਏ ਹਾਏ, ਜਿਹੜੇ ਆਖਦੇ ਹੋ ਭਈ ਜੇ ਕੋਈ ਹੈਕਲ ਦੀ ਸਹੁੰ ਖਾਵੇ ਤਾਂ ਉਸ ਕੁਝ ਗੱਲ ਨਹੀਂ, ਪਰ ਜੇ ਕੋਈ ਹੈਕਲ ਦੇ ਸੋਨੇ ਦੀ ਸਹੁੰ ਖਾਵੇ ਤਾਂ ਉਹ ਪੂਰੀ ਕਰਨੀ ਪਊ। ਹੇ ਮੂਰਖੋ ਅਤੇ ਅੰਨਿਓ, ਕਿਹੜਾ ਵੱਡਾ ਹੈ, ਸੋਨਾ ਜਾਂ ਹੈਕਲ? ਪ੍ਰਭੂ ਯਿਸੂ ਮਸੀਹ ਕਹਿ ਰਿਹਾ, ਕਹਿੰਦਾ ਸੋਨਾ ਵੱਡਾ ਕਿ ਹੈਕਲ ਵੱਡੀ ਆ? ਜਿਸ ਨੇ ਸੋਨੇ ਨੂੰ ਪਵਿੱਤਰ ਕੀਤਾ। ਅਤੇ ਇਹ ਆਖਦੇ ਹੋ ਭਈ ਜੇ ਕੋਈ ਜਗਵੇਦੀ ਦੀ ਸਹੁੰ ਖਾਵੇ ਤਾਂ ਕੁਝ ਗੱਲ ਨਹੀਂ, ਪਰ ਜਿਹੜੀ ਭੇਟ ਉਸ ਉੱਤੇ ਹੈ, ਜੇ ਉਸ ਦੀ ਸਹੁੰ ਖਾਵੇ ਤਾਂ ਉਸ ਨੂੰ ਪੂਰੀ ਕਰਨੀ ਪਊ। ਹੇ ਅੰਨਿਓ, ਕਿਹੜੀ ਵੱਡੀ ਹੈ, ਭੇਟ ਜਾਂ ਜਗਵੇਦੀ ਜਿਹੜੀ ਭੇਟ ਨੂੰ ਪਵਿੱਤਰ ਕਰਦੀ ਹੈ? ਇਸ ਲਈ ਜੋ ਕੋਈ ਜਗਵੇਦੀ ਦੀ ਸਹੁੰ ਖਾਂਦਾ ਹੈ, ਜੋ ਉਹਦੀ ਅਤੇ ਸਭ ਚੀਜ਼ਾਂ ਦੀ ਜਿਹੜੀਆਂ ਉਸ ਉੱਤੇ ਹਨ ਸਹੁੰ ਖਾਂਦਾ ਹੈ, ਅਤੇ ਜੋ ਕੋਈ ਹੈਕਲ ਦੀ ਸਹੁੰ ਖਾਂਦਾ ਹੈ ਸੋ ਉਸ ਦੀ ਔਰ ਉਸ ਦੇ ਵਿੱਚ ਰਹਿਣ ਵਾਲੇ ਦੀ ਸਹੁੰ ਖਾਂਦਾ ਹੈ, ਅਤੇ ਜੋ ਕੋਈ ਸਵਰਗ ਦੀ ਸਹੁੰ ਖਾਂਦਾ ਹੈ, ਜੋ ਪਰਮੇਸ਼ਵਰ ਦੇ ਸਿੰਘਾਸਣ ਦੀ ਸਹੁੰ ਖਾਂਦਾ ਹੈ, ਉਸ ਉੱਪਰ ਬੋਲਣ ਵਾਲੇ ਦੀ ਸਹੁੰ ਖਾਂਦਾ ਹੈ। ਹੇ ਕਪਟੀਓ ਤੇ ਗ੍ਰੰਥੀਓ, ਫਰੀਸੀਓ, ਤੁਹਾਡੇ ਉੱਤੇ ਹਾਏ ਹਾਏ, ਤੁਸੀਂ
ਪੁਦੀਨੇ ਅਤੇ ਸੌਂਫ ਨੂੰ ਅਤੇ ਜੀਰੇ ਦਾ ਦਸ਼ਵਾਂਸ਼ ਦਿੰਦੇ ਹੋ ਅਤੇ ਤੁਰੇਤ ਦੇ ਸਾਰੇ ਹੁਕਮਾਂ ਦਾ ਅਕਾਤ ਨਿਆਂ ਅਤੇ ਦਇਆ ਅਤੇ ਨੀਚਾਂ ਦਾ ਛੱਡ ਦਿੱਤਾ ਹੈ, ਨੀਚਾਂ ਨੂੰ ਛੱਡ ਦਿੱਤਾ ਹੈ। ਪਰ ਚਾਹੀਦਾ ਸੀ ਜੋ ਤੁਸੀਂ ਇਹਨਾਂ ਨੂੰ ਕਰਦੇ ਅਤੇ ਉਹਨਾਂ ਨੂੰ ਵੀ ਨਾ ਛੱਡਦੇ। ਖੁਦਾਵੰਦ ਤਾੜਦਾ ਹੈ, ਹਰ ਕਿਸੇ ਮਨੁੱਖ ਨੂੰ ਤਾੜਦਾ, ਚਾਹੇ ਉਹ ਕੋਈ ਸੇਵਕ ਕੋਈ ਵੀ ਆ। ਜਦੋਂ ਯਿਸੂ ਮਸੀਹ ਧਰਤੀ ਤੇ ਆਇਆ ਉਸ ਸਮੇਂ ਦੇ ਪੱਕੀ ਫਰੀਸੀਆਂ ਨੂੰ ਉਹ ਤਾੜ ਰਿਹਾ ਸੀਗਾ, ਕਿਉਂਕਿ ਪੱਕੀ ਫਰੀਸੀ ਉਹਨਾਂ ਬਹਿਸਬਾਜ਼ੀ ਕਰਦੇ ਸੀ, ਗਿਆਨ ਦੇ ਨਾਲ ਭਰੇ ਹੋਏ ਸੀ। ਉਹ ਕਹਿੰਦੇ ਸਾਨੂੰ ਸਭ ਪਤਾ, ਸਾਨੂੰ ਬਾਈਬਲ ਦੀ ਕੱਲੀ ਗੱਲ ਪਤਾ, ਲੇਕਿਨ ਜੀਵਨ ਨਹੀਂ ਸੀ ਬਤੀਤ ਕਰਦੇ ਤੇ ਨਾ ਕਿਸ ਨੂੰ ਕਰਨ ਦਿੰਦੇ ਸੀ। ਇਸ ਕਰਕੇ ਯਿਸੂ ਮਸੀਹ ਕਹਿੰਦਾ ਚੁਣੀਆਂ ਪੂਰੀਆਂ ਹੋਈਆਂ ਕਬਰਾਂ। ਅੱਜ ਤੁਸੀਂ ਦੇਖੋ ਚਰਚਾਂ ਵਿੱਚ ਜਾਓ, ਵੱਡੇ ਚਰਚ 2-2 ਲੱਖ ਬੰਦਾ ਬੈਠਦਾ, ਲੇਕਿਨ ਇੱਕ ਬੰਦਾ ਵੀ ਲੈਕਚਰ 'ਚ ਨਹੀਂ ਜਾਵੇਗਾ, ਕਿਉਂਕਿ ਬੈਪਟਾਈਜ਼ ਹੀ ਨਹੀਂ ਹੋਇਆ, ਉਹਨਾਂ ਐਡਮਿਸ਼ਨ ਹੀ ਨਹੀਂ ਹੋਈ। ਜੇ ਤੁਹਾਡੀ ਐਡਮਿਸ਼ਨ ਹੀ ਨਹੀਂ ਹੋਈ ਤੇ ਤੁਸੀਂ ਪ੍ਰੀਖਿਆ ਕਿੱਦਾਂ ਦੇ ਸਕਦੇ? ਪ੍ਰੀਖਿਆ ਵੀ ਨਹੀਂ ਬੰਦਾ ਦੇ ਸਕਦਾ। ਪ੍ਰੀਖਿਆ ਵੀ ਤਾਂ ਉਹਦੀ ਹੁੰਦੀ ਆ ਜਿਹੜਾ ਐਡਮਿਸ਼ਨ ਲੈਂਦਾ ਸਕੂਲ ਦੇ ਵਿੱਚ। ਤੇ ਦੁਲਹਨ ਦਾ ਸਕੂਲ ਆ, ਜੇ ਕੋਈ ਦੁਲਹਨ ਦੇ ਸਕੂਲ 'ਚ ਐਡਮਿਸ਼ਨ ਲਵੇਗਾ, ਸਭ ਤੋਂ ਪਹਿਲਾਂ ਉਹਨੂੰ ਯਿਸੂ ਮਸੀਹ ਦੇ ਨਾਮ ਦੇ ਵਿੱਚ ਬਪਤਿਸਮਾ ਲੈਣਾ ਪਵੇਗਾ, ਫਿਰ ਉਹਨੂੰ ਸਾਰੇ ਹੁਕਮ ਮੰਨਣੇ ਪੈਣੇ ਆ ਜੋ ਬਾਈਬਲ ਦੇ, ਹਰ ਇੱਕ ਚੀਜ਼ ਨੂੰ ਤਿਆਗਣਾ ਪੈਣਾ। ਭਾਈ ਬ੍ਰੈਨਮ ਨੇ ਕਿਹਾ ਆ ਚਰਚ ਵਿੱਚ 2 ਭੈਣਾਂ ਆ ਸਕਦੀਆਂ, ਇੱਕ ਹੋ ਸਕਦਾ ਆਤਮਿਕ ਹੋਵੇ, ਇੱਕ ਸਰੀਰਕ ਹੋਵੇ, ਲੇਕਿਨ ਕਦੇ ਵੀ ਦੋਨਾਂ ਦੀ ਆਪਸ 'ਚ ਨਹੀਂ ਬਣੇਗੀ, ਕਿਉਂਕਿ ਇੱਕ ਆਤਮਿਕ ਇੱਕ ਸਰੀਰਕ ਕਦੇ ਨਹੀਂ ਬਣ ਸਕਦੀ। ਆਤਮਿਕ ਬੰਦੇ ਨੇ ਉੱਪਰ ਦੀ ਗੱਲਾਂ ਕਰੀ ਜਾਣੀਆਂ, ਜਿਹੜਾ ਸਰੀਰਕ ਬੰਦਾ ਉਹਨੇ ਕਹਿਣਾ ਛੱਡ ਪਰਾਂ, ਇਹ ਉੱਪਰ ਦੀ ਗੱਲਾਂ ਕਰਦੇ ਆ, ਇਹਨਾਂ ਦਾ ਰਹਿਣਾ ਸਹੀ ਨਹੀਂ ਹੈ। ਲੇਕਿਨ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜਿਹੜਾ ਉੱਪਰ ਦਾ ਆ ਉੱਪਰ ਦੀ ਹੀ ਗੱਲਾਂ ਕਰਦਾ। ਯਿਸੂ ਮਸੀਹ ਉੱਪਰੋਂ ਆਇਆ ਸੀਗਾ, ਉਹ ਹਮੇਸ਼ਾ ਉੱਪਰ ਦੀ ਗੱਲਾਂ ਕਰਦਾ ਸੀ, ਮੇਰੇ ਪਿਤਾ ਨੇ ਇਦਾਂ ਕੀਤਾ ਮੈਂ ਵੀ ਉਹੀ ਕਰਦਾ। ਲੇਕਿਨ ਜਿਹੜੇ ਫੱਕੀ ਫਰੀਸੀ ਸੀਗੇ, ਜਿਹੜੇ ਆਪਣੇ ਆਪ ਨੂੰ ਉਸ ਸਮੇਂ ਸੰਤ ਸੇਵਕ ਕਹਿੰਦੇ ਸੀ, ਉਹਨਾਂ ਦਾ ਜੀਵਨ ਦੇਖੋ ਕਿੱਦਾਂ ਦੀ ਗੱਲਾਂ ਕਰਦੇ ਸੀ, ਸਰੀਰਕ ਗੱਲਾਂ ਕਰਦੇ ਸੀ। ਇਸ ਕਰਕੇ ਯਿਸੂ ਮਸੀਹ ਕਹਿੰਦਾ ਚੁਣੀਆਂ ਪੂਰੀਆਂ ਹੋਈਆਂ ਕਬਰਾਂ, ਤੇ ਆਹ ਕਬਰਾਂ ਅੱਜ ਵੀ ਤੁਹਾਨੂੰ ਦਿਸਣਗੀਆਂ। ਉੱਪਰੋਂ ਬਹੁਤ ਸੋਹਣੇ ਆ ਲੋਕਾਂ ਦੇ ਜੀਵਨ ਦਿਖਣ 'ਚ ਲੱਗ ਰਹੇ ਆ, ਲੇਕਿਨ ਜੇ ਤੁਸੀਂ ਅੰਦਰੋਂ ਵੇਖੋਗੇ ਤੇ ਗਲੇ ਸੜੇ ਜੀਵਨ ਹੋਵੇ, ਗਲੇ ਸੜੇ ਹੋਏ ਜੀਵਨ। ਇਸ ਕਰਕੇ ਹਰ ਇੱਕ ਮਨੁੱਖ ਚਰਚ ਜਾਣ ਵਾਲਾ ਆਤਮਿਕ ਨਹੀਂ ਹੁੰਦਾ, ਜਾਂ ਬਾਈਬਲ ਦੀ ਗੱਲਾਂ ਕਰਨ ਵਾਲਾ ਬੰਦਾ ਆਤਮਿਕ ਨਹੀਂ ਹੁੰਦਾ। ਹੋ ਸਕਦਾ ਖੁਦਾ ਨੇ ਉਹਦੇ ਵਾਸਤੇ ਰੱਖਿਆ ਹੈ, ਤੁਹਾਨੂੰ ਉਹਦੇ ਫਲਾਂ ਤੋਂ ਤੇ ਗੁਣਾਂ ਤੋਂ ਪਤਾ ਲੱਗੂ ਇਹ ਭੈਣ ਭਾਈ ਕਿੰਨਾ ਦਾ ਆਦਮੀ ਹੈ। ਜੇ ਤੁਸੀਂ ਖੁਦਾ ਦੇ ਕੰਮਾਂ ਨੂੰ ਪੈਰ ਨਹੀਂ ਦਿੰਦੇ, ਤੁਸੀਂ ਸਰੀਰਕ ਸਾਫ਼ ਤੇ ਸਪਸ਼ਟ ਗੱਲ। ਅਮੀਰ ਬੰਦੇ ਨੇ ਬੜਾ ਵੱਡਾ ਦਾਅਵਾ ਕੀਤਾ ਸੀਗਾ, ਮੈਂ ਸਭ ਕੁਝ ਪੂਰਾ ਕਰਨਾ, ਤਾਂ ਇਦਾਂ ਦੀ ਗੱਲ ਕਰਨੀ, ਕਹਿੰਦਾ ਆਪਣਾ ਸਭ ਕੁਝ ਕੰਗਾਲਾਂ ਨੂੰ ਵੇਚ ਕੇ ਮੇਰੇ ਪਿੱਛੇ ਹੋ ਕੇ। ਖੁਦਾ ਨੇ ਉਹਨੂੰ ਹੁਕਮ ਦਿੱਤਾ, ਉਹਨੂੰ ਹੁਕਮ ਨੂੰ ਟਾਲ ਦਿੱਤਾ, ਤੇ ਜਿਹੜਾ ਬੰਦਾ ਖੁਦਾ ਦੇ ਹੁਕਮ ਨੂੰ ਟਾਲੇਗਾ ਉਹਨੂੰ ਨਰਕ ਦੀ ਅੱਗ ਤੋਂ ਬਿਨਾ ਕੁਝ ਵੀ ਨਹੀਂ ਮਿਲੇਗਾ। ਸਾਫ਼ ਤੇ ਸਪਸ਼ਟ ਗੱਲ ਹੈ, ਇਹਦੇ ਵਿੱਚ ਕੋਈ ਵੀ ਦੋ ਰਾਏ ਨਹੀਂ ਹੈ, ਸਾਫ਼ ਤੇ ਸਪਸ਼ਟ ਗੱਲ ਆ। ਚਾਹੇ ਉਹਨੇ ਬੜੇ ਦਾਨ ਪੁੰਨ ਕੀਤੇ, ਕੁਝ ਵੀ ਕੀਤਾ, ਬੜਾ ਵਧੀਆ ਬੰਦਾ ਸੀ, ਪ੍ਰਭੂ ਨੇ ਉਹਨੂੰ ਪਿਆਰ ਵੀ ਕੀਤਾ, ਬਰਕਤਾਂ ਵੀ ਦਿੱਤੀਆਂ, ਸਭ ਕੁਝ, ਲੇਕਿਨ ਜੀਵਨ ਤਾਂ ਨਹੀਂ ਮਿਲਿਆ। ਅੱਜ ਵੀ ਨਰਕ 'ਚ ਹੀ ਬੈਠਾ ਹੈ, ਅੱਜ ਵੀ ਕਹੀ ਜਾਂਦਾ ਪਾਣੀ ਪਿਲਾ ਦੋ, ਪਾਣੀ ਪਿਲਾ ਦੋ। ਪਾਣੀ ਪਿਲਾਊਗਾ ਕਿਹੜਾ? ਇਸ ਕਰਕੇ ਜਿਹੜਾ ਮਨੁੱਖ ਅੱਜ ਸੰਸਾਰ ਤੋਂ ਕੂਚ ਕਰ ਗਿਆ, ਗਲਤ ਜੀਵਨ ਬਤੀਤ ਕਰਦਾ ਹੋਇਆ, ਉਹ ਜਿੱਤੋਂ ਮਰਜ਼ੀ ਤੁਸੀਂ ਜਿਹੜੇ ਮਰਜ਼ੀ ਵੱਡੇ ਪਾਸਟਰ ਨੂੰ ਲਿਆ ਕੇ ਤੁਸੀਂ ਉਹਦਾ ਜਨਾਜ਼ਾ ਪੜਵਾ ਲਓ, ਜੇ ਨਰਕ ਰੱਖਿਆ ਤੇ ਨਰਕ ਦੇ ਵਿੱਚ ਹੀ ਜਾਵੇਗਾ। ਜਨਾਜ਼ਾ ਤਾਂ ਅਮੀਰ ਬੰਦੇ ਦਾ ਵੀ ਪੜਿਆ ਗਿਆ, ਜਨਾਜ਼ਾ ਲਾਜ਼ਰ ਦਾ ਵੀ ਪੜਿਆ ਗਿਆ, ਲੇਕਿਨ ਲਾਜ਼ਰ ਖੁਦਾ ਦੇ ਰਾਜ ਵਿੱਚ, ਖੁਦਾ ਦੇ ਘਰ ਵਿੱਚ ਕਿਉਂ ਚਲਾ ਗਿਆ? ਇਬਰਾਹਿਮ ਦੀ ਗੋਦ 'ਚ ਕਿਉਂ ਗਿਆ? ਕਿਉਂਕਿ ਉਹਦਾ ਜੀਵਨ ਖੁਦਾ ਨੂੰ ਸਮਰਪਿਤ ਸੀਗਾ, ਲੇਕਿਨ ਅਮੀਰ ਬੰਦੇ ਦਾ ਜੀਵਨ ਖੁਦਾ ਨੂੰ ਸਮਰਪਿਤ ਨਹੀਂ ਸੀ। ਇਸ ਕਰਕੇ ਚੀਜ਼ਾਂ ਨੂੰ ਨੋਟ ਕਰਨਾ। ਅੱਜ ਲੋਕ ਕਹਿੰਦੇ ਸੀ ਰੈਪਚਰ 'ਚ ਜਾਣਾ, ਰੈਪਚਰ ਮਜ਼ਾਕ ਨਹੀਂ ਆ। ਰੈਪਚਰ 'ਚ ਜਾਣਾ ਤੁਹਾਡੀ ਜਾਂਚ ਕਰਨੀ ਹੈ ਖੁਦਾ ਨੇ, ਰੈਪਚਰ ਦੇ ਜਾਣ ਦੇ ਯੋਗ ਹੈ ਕਿ ਨਹੀਂ ਹੈ ਭੈਣ ਭਾਈ। ਲੋਕੀ ਕਹਿੰਦੇ ਮੈਂ ਵੀ ਪ੍ਰਭੂ ਮੈਨੂੰ ਉਠਾ ਦੇ, ਕਿੱਦਾਂ ਉਠਾ ਲੂਗਾ? ਧਰਤੀ ਤੇ ਜੀਵਨ ਤਾਂ ਤੁਹਾਡਾ ਦਿਖਦਾ ਨਹੀਂ, ਧਰਤੀ ਤੇ ਜੀਵਨ ਸਹੀ ਨਹੀਂ ਆ ਤੇ ਖੁਦਾ ਉਠਾ ਲੂਗਾ ਤੁਹਾਨੂੰ, ਇਹ ਕਿੱਦਾਂ ਹੋ ਸਕਦਾ? ਖੁਦਾ ਨੇ ਗੰਦਗੀ ਨਹੀਂ ਇਕੱਠੀ ਕਰਨੀ ਹੁੰਦੀ, ਖੁਦਾ ਨੇ ਆਗਿਆਕਾਰੀ ਧੀਆਂ ਦੇ ਪੁੱਤਰਾਂ ਨੂੰ ਜਿਹੜੇ ਉਹਦੇ ਵਿੱਚੋਂ ਨਿਕਲੇ ਆ ਧਰਤੀ ਤੇ ਆਏ। ਚੇਲੇ ਜੀ ਤਾਂ ਧਰਤੀ ਤੇ ਸੀ ਯਿਸੂ ਮਸੀਹ ਦੇ ਨਾਲ, ਤੇ ਪ੍ਰਭੂ ਨੇ ਕਿਹਾ ਸੀਗਾ ਜਿਹੜਾ ਮੇਰਾ ਮਾਂਸ ਤੇ ਲਹੂ ਨਹੀਂ ਖਾਂਦਾ ਪੀਂਦਾ ਉਹਦੇ ਵਿੱਚ ਜੀਵਨ ਨਹੀਂ ਹੈ। ਲੇਕਿਨ ਕੀ ਹੋਇਆ? 70 ਚੇਲੇ ਠੋਕਰ ਖਾ ਕੇ ਚਲੇ ਗਏ। ਲੇਕਿਨ 12 ਨੂੰ ਕਹਿੰਦਾ ਕੀ ਤੁਸੀਂ ਵੀ ਜਾਣਾ ਚਾਹੁੰਦੇ ਹੋ? ਕਹਿੰਦਾ ਨਹੀਂ ਪ੍ਰਭੂ ਜੀ, ਅਨੰਤ ਜੀਵਨ ਦੀਆਂ ਗੱਲਾਂ ਤਾਂ ਤੇਰੇ ਕੋਲ ਨੇ, ਕਿਉਂਕਿ ਉਹ ਚੁਣੇ ਹੋਏ ਸੀਗੇ। ਉਹਨਾਂ 'ਚ ਇੱਕ ਸ਼ੈਤਾਨ ਵੀ ਸੀ ਜਿਹਦਾ ਨਾਮ ਸੀਗਾ ਯਹੂਦਾ ਇਸਕਰਿਓਤੀ, ਉਹ ਚੁਣਿਆ ਹੋਇਆ ਨਹੀਂ ਸੀ, ਉਹ ਸ਼ੈਤਾਨ ਸੀਗਾ। ਲੇਕਿਨ ਜਿਹੜੇ ਚੁਣੇ ਹੋਏ ਸੀਗੇ ਉਹਨਾਂ ਨੇ ਖੁਦਾ ਦੀ ਮਰਜ਼ੀ ਨੂੰ ਪੂਰਾ ਕੀਤਾ। ਕੋੜੇ ਖਾਦੇ, ਚਪੇੜਾ ਖਾਦੀਆਂ, ਮੂੰਹ ਤੇ ਲੋਕਾਂ ਦੀ ਗੱਲਾਂ ਸੁਣੀਆਂ। ਉਹਨਾਂ ਦੇ ਪਤੀ, ਉਹਨਾਂ ਦੇ ਵੀ ਸੀਗੇ ਰਿਸ਼ਤੇਦਾਰ ਹੋਣੇ, ਉਹਨਾਂ ਦੇ ਬੱਚੇ ਹੋਣੇ, ਉਹ ਵੀ ਕਹਿੰਦੇ ਹੋਣੇ ਕਿ ਤੁਸੀਂ
खुदा का काम करते हैं। अज जे कोई खुदा का काम करता घर के ही रोक ला दी जाती है, वो ना खुदा का काम करे। घर बार दे वो भी तो लोग सीगे ਜਿਹੜੇ खुदा ਦੇ लोग ਹੁੰਦੇ ਆ, ਉਹ ਹਮੇਸ਼ਾ ਬੱਚੇ ਨੂੰ ਪਹਿਲ ਦਿੰਦੇ, ਕਦੇ ਆਪਣੇ ਬੱਚਿਆਂ ਨੂੰ ਪਹਿਲ ਨਹੀਂ ਦਿੰਦੇ, ਰਿਸ਼ਤੇਦਾਰਾਂ ਨੂੰ ਪਹਿਲ ਨਹੀਂ ਦਿੰਦੇ। खुदा ਦੇ ਲੋਕ ਹਮੇਸ਼ਾ ਇਹ ਨਿਸ਼ਾਨੀ ਆ, ਪਵਿੱਤਰ ਆਤਮਾ ਪਾਏ ਹੋਏ ਭੈਣ ਭਾਈ ਦੀ ਨਿਸ਼ਾਨੀ, ਉਹਨੇ ਹਮੇਸ਼ਾ ਬੱਚੇ ਨੂੰ ਪਹਿਲ ਦੇਣੀ, ਚਾਹੇ ਕੀਮਤ ਕੋਈ ਵੀ ਕਿਉਂ ਨਾ ਚੁਕਾਣੀ ਪੈ ਜਾਵੇ, ਕੋਈ ਵੀ ਕੀਮਤ ਕਿਉਂ ਨਾ ਚੁਕਾਣੀ ਪੈ ਜਾਵੇ, ਭਾਵੇਂ ਲੱਖਾਂ ਦਾ ਨੁਕਸਾਨ ਹੋ ਜਾਏ, ਭਾਵੇਂ ਜਾਨ ਚਲੀ ਜਾਵੇ। ਅਸੀਂ ਕਈ ਵਾਰ ਗਾਣਾ ਸੁਣਿਆ, ਜਾਵੇ ਤੇ ਜਾਨ ਚਲੀ ਜਾਵੇ ਮੇਰਾ ਈਮਾਨ ਨਾ ਜਾਵੇ। ਯीशु ਦਾ ਸਿਪਾਹੀ ਹਾਂ, ਯीशु ਦਾ ਸਿਪਾਹੀ ਬਣਨਾ ਸੌਖਾ ਨਹੀਂ ਆ। ਭਰਤੀ ਹੋਣ ਦਾ ਬਥੇਰੇ ਆ ਜਾਂਦੇ ਆ, ਲੇਕਿਨ ਜਦੋਂ ਚੱਲਣਾ ਪੈਂਦਾ ਆ ਫਿਰ ਪਤਾ ਲੱਗਦਾ ਵੀ ਯीशु ਦਾ ਸਿਪਾਹੀ ਹੈ ਕੌਣ। ਆਓ ਅਸੀਂ ਕੱਢਾਂਗੇ ਪਹਿਲਾ ਥਸਲੁਕੀਆਂ 4:16। ਪਹਿਲਾ ਥਸਲੁਕੀਆਂ 4:16। ਇਸ ਲਈ ਜੋ ਪ੍ਰਭੂ ਆਪ ਲਲਕਾਰੇ ਨਾਲ, ਮਹਾਦੂਤ ਦੀ ਆਵਾਜ਼ ਨਾਲ ਅਤੇ ਪਰਮੇਸ਼ਵਰ ਦੀ ਤੁਰੀ ਨਾਲ ਸਵਰਗ ਤੋਂ ਉਤਰੇਗਾ ਅਤੇ ਜਿਹੜੇ ਮਸੀਹ ਵਿੱਚ ਹੋ ਕੇ ਮੋਏ ਹਨ ਪਹਿਲਾ ਜੀ ਉੱਠਣਗੇ। ਕਹਿੰਦਾ ਜਿਹੜਾ ਮਸੀਹ ਵਿੱਚ ਹੋ ਕੇ ਮੋਏ ਹਨ ਪਹਿਲਾ ਜੀ ਉੱਠਣਗੇ, ਤਦ ਅਸੀਂ ਜਿਹੜੇ ਜਿਉਂਦੇ ਹਾਂ ਅਤੇ ਬਾਕੀ ਰਹਿੰਦੇ ਹਾਂ ਉਹਨਾਂ ਦੇ ਨਾਲ ਹੀ ਹਵਾ ਵਿੱਚ ਪ੍ਰਭੂ ਦੇ ਮਿਲਣ ਨੂੰ ਬਦਲਾਂ ਉੱਤੇ ਅਚਾਨਕ ਉਠਾਏ ਜਾਵਾਂਗੇ ਅਤੇ ਇਸੇ ਤਰ੍ਹਾਂ ਅਸੀਂ ਸਦਾ ਪ੍ਰਭੂ ਦੇ ਸੰਗ ਰਹਾਂਗੇ। ਐਵੇਂ ਥੋੜੀ ਉਠਾਇਆ ਜਾਊਗਾ। ਸੋ ਤੁਸੀਂ ਇਹਨਾਂ ਗੱਲਾਂ ਨਾਲ ਇੱਕ ਦੂਜੇ ਨੂੰ ਤਸੱਲੀ ਦਿਓ। ਕਹਿੰਦਾ ਇਹਨਾਂ ਗੱਲਾਂ ਨਾਲ ਤੁਸੀਂ ਇੱਕ ਦੂਜੇ ਨੂੰ ਕੀ ਦਿਓ? ਤਸੱਲੀ ਦਿਓ। ਹੁਣ ਕੀ ਆ, ਜਿਹੜੇ ਖੁਦਾ ਦੇ ਵਿੱਚ ਸੋ ਰਹੇ ਨੇ ਲੋਕ, ਉਹਦੇ ਪਵਿੱਤਰ ਸੰਤ ਸੋ ਰਹੇ ਆ। ਜਦੋਂ ਰੈਪਚਰ ਹੋਣਾ ਆ, ਕਬਰਾਂ ਪਾੜ ਜਾਣੀਆਂ ਤੇ ਕੀ ਹੋਵੇਗਾ? ਖੁਦਾ ਨੂੰ ਮਿਲਣ ਦੇ ਲਈ ਹਵਾ 'ਚ ਚੱਲ ਜਾਣਾ। ਲੇਕਿਨ ਕਿਹੜੇ ਲੋਕ ਜਿਨ੍ਹਾਂ ਨੇ ਜੀਵਨ ਠੀਕ ਕੀਤਾ ਹੈ, ਦੁੱਖ ਚੱਲਿਆ, ਬਦਨਾਮੀ ਚੱਲੀ ਆ, ਆਪਣੇ ਰਿਸ਼ਤੇਦਾਰੀਆਂ ਨੂੰ ਤੋੜਿਆ, ਕਾਹਦੇ ਲਈ? ਬਚਣ ਦੇ ਲਈ। ਅੱਜ ਬੰਦਾ ਕਹਿੰਦਾ ਰਿਸ਼ਤੇਦਾਰੀ ਨਹੀਂ ਟੁੱਟਣੀ, ਚਰਚ ਛੱਡ ਦਾਂਗੇ। ਛੱਡ ਦੋ ਕੋਈ ਗੱਲ ਨਹੀਂ, ਇਹ ਤੁਹਾਡਾ ਹੈ, ਇਹ ਤੁਹਾਡਾ ਨਿਰਣੇ ਆ, ਤੁਹਾਡਾ ਆਪਣਾ ਨਿਰਣੇ ਆ। ਸੰਸਾਰ ਨੂੰ ਛੱਡਣਾ ਆ ਕਿ ਖੁਦਾ ਨੂੰ ਛੱਡਣਾ, ਕਿ ਖੁਦਾ ਨੂੰ ਲੈਣਾ ਆਪਾਂ। ਕੁਝ ਲੋਕ ਕਹਿੰਦੇ ਸਾਨੂੰ ਖੁਦਾ ਨਹੀਂ ਚਾਹੀਦਾ, ਸਾਨੂੰ ਸੰਸਾਰ ਚਾਹੀਦਾ। ਅਮੀਰ ਬੰਦਾ ਕਹਿੰਦਾ ਮੈਨੂੰ ਅਨੰਤ ਜੀਵਨ ਨਹੀਂ ਚਾਹੀਦਾ, ਕਿਉਂਕਿ ਆਗਿਆ ਤੋੜ ਦਿੱਤੀ। ਫਿਰ ਕੀ ਮਿਲਿਆ? ਜੇ ਅਨੰਤ ਜੀਵਨ ਨਹੀਂ ਹੈ ਤਾਂ ਫਿਰ ਇੱਕੋ ਚੀਜ਼ ਹੈ, ਮੌਤ। ਤੇ ਕੀ ਹੋਇਆ? ਉਹਨੂੰ ਮੌਤ ਮਿਲਦੀ। ਇਸੇ ਤਰ੍ਹਾਂ ਦੇ ਲੋਕਾਂ ਦੇ ਜੀਵਨ ਪ੍ਰਭੂ ਦੇ ਕੋਲ ਆਉਂਦੇ ਆ, ਪ੍ਰਭੂ ਇਹ ਕਰੂੰਗਾ ਤੇਰੇ ਵਾਸਤੇ, ਇਹ ਕਰੂੰਗੀ। ਜਦੋਂ ਪ੍ਰਭੂ ਕਹਿੰਦਾ ਕਰ, ਫਿਰ ਕਹਿੰਦੇ ਬਹੁਤ ਔਖਾ ਆ। ਤੁਹਾਨੂੰ ਪਤਾ, ਜਦੋਂ ਤੁਸੀਂ ਕਿਸੇ ਮਸਾ ਕੀਤੇ ਹੋਏ ਸੇਵਕ ਕੋ ਜਾਂਦੇ ਹੋ ਤਾਂ ਕਹਿੰਦੇ ਪ੍ਰਭੂ ਮੇਰਾ ਜੀਵਨ ਤੈਨੂੰ ਸਮਰਪਿਤ ਆ। ਆਪਣੇ ਸੇਵਕ ਨੂੰ ਜਾ ਕੇ ਤੁਸੀਂ ਕਹਿੰਦੇ ਤੁਸੀਂ ਦੋਸ਼ੀ ਬਣ ਜਾਂਦੇ ਹੋ। ਜਦੋਂ ਅਮੀਰ ਬੰਦਾ ਯਿਸੂ ਮਸੀਹ ਦੇ ਕੋਲ ਗਿਆ, ਕਹਿੰਦਾ ਮੈਨੂੰ ਆਨੰਦ ਜੀਵਨ ਚਾਹੀਦਾ ਆ, ਜਾਂ ਤਾਂ ਪੁੱਛਦਾ ਹੀ ਨਾ, ਜੇ ਪੁੱਛਿਆ ਉਹਨੇ ਦੱਸਤਾ ਫਿਰ ਮੰਨਿਆ ਨਹੀਂ, ਸਜ਼ਾ ਦਾ ਹੱਕਦਾਰ ਹੋ ਗਿਆ। ਇਸ ਕਰਕੇ ਤੁਸੀਂ ਜਦੋਂ ਤੁਹਾਨੂੰ ਪਤਾ ਲੱਗਦਾ ਵੀ ਆਹ ਕੰਮ ਬਚਨ ਤੋਂ ਬਾਹਰ ਆ, ਤੁਸੀਂ ਉਸੇ ਕੰਮ ਨੂੰ ਕਰਦੇ ਹੋ, ਤੁਸੀਂ ਸਜ਼ਾ ਦੇ ਹੱਕਦਾਰ ਬਣ ਜਾਂਦੇ ਹੋ। ਨੂਹ ਦੇ ਸਮੇਂ ਵੀ ਇਸੇ ਤਰ੍ਹਾਂ ਸੀਗਾ। ਅਸੀਂ ਬਹੁਤ ਵਾਰ ਪੜਿਆ, ਨੂਹ ਦੀ ਗੱਲਾਂ ਅਸੀਂ ਬਹੁਤ ਵਾਰ ਕਰਦੇ ਹਾਂ। ਨੂਹ ਦੇ ਸਮੇਂ ਮੌਕਾ ਸੀਗਾ, ਪ੍ਰਭੂ ਨੇ ਥੋੜੀ ਮਾਰਿਆ, ਉਹਨਾਂ ਨੇ ਖੁਦ ਆਪਣੀ ਮੌਤ ਨੂੰ ਚੁਣਿਆ, ਖੁਦ ਆਪਣੀ ਮੌਤ ਨੂੰ ਚੁਣਿਆ, ਕਿਉਂਕਿ ਉਹਨਾਂ ਨੇ ਖੁਦਾ ਦੇ ਬਚਨ ਤੇ ਜਿਹੜਾ ਉਸ ਸਮੇਂ ਦਾ ਸੰਦੇਸ਼ਵਾਹਕ ਸੀਗਾ, ਉਹਦੀ ਆਵਾਜ਼ ਨੂੰ ਨਹੀਂ ਸੁਣਿਆ। ਅੱਜ ਵੀ ਇਸੇ ਤਰ੍ਹਾਂ ਅੱਜ ਦੇ ਸਮੇਂ ਦਾ ਸੰਦੇਸ਼ਵਾਹਕ ਭਾਈ ਵਿਲੀਅਮ ਮੈਰੀ ਬ੍ਰੈਨਮ ਆ। ਜਿਹੜਾ ਵੀ ਮਨੁੱਖ, ਚਾਹੇ ਜਿੰਨਾ ਮਰਜ਼ੀ ਵੱਡਾ ਮਿਸ਼ਨਰੀ ਹੋਵੇ, ਜਿੰਨਾ ਮਰਜ਼ੀ ਉਹਦੇ ਚਰਚੇ ਭਾਵੇਂ ਲੱਖਾਂ ਬੰਦੇ ਆਉਂਦੇ ਹੋਣ, ਜੇ ਉਹ ਨਬੀ ਦਾ ਇਨਕਾਰ ਕਰਦਾ ਆ ਤੇ ਉਹ ਜੀਵਨ ਦਾ ਵੀ ਇਨਕਾਰ ਕਰ ਦਿੰਦਾ। ਸਾਫ਼ ਤੇ ਸਪਸ਼ਟ ਕਰ ਦਿੰਦਾ। ਕੋਈ ਜੋ ਮਰਜ਼ੀ ਚੰਗਿਆਈਆਂ ਕਰੀ ਜਾਵੇ, ਜਿੰਨੀ ਮਰਜ਼ੀ ਭਾਵੇਂ ਮੁਰਦੇ ਜਿੰਦੇ ਕਰੇ ਰੋਜ਼ 50-50, ਕੋਈ ਮਤਲਬ ਨਹੀਂ। ਉਹ ਮੁਰਦੇ ਦਾ ਜਿੰਦੇ ਕਰ ਦੇਗਾ, ਫਿਰ ਤੂੰ ਜਿੰਦਾ ਹੋ ਸਕਦਾ ਦੁਬਾਰਾ? ਨਹੀਂ ਹੋ ਸਕਦਾ, ਕਿਉਂਕਿ ਬਚਨ ਤੋਂ ਬਾਹਰ। ਇਸ ਕਰਕੇ ਜਾਂਚੋ, ਜਿਸ ਸੇਵਕ ਕੋ ਤੁਸੀਂ ਜਾਣਦੇ ਹੋ, ਸੇਵਕ ਨੂੰ ਵੀ ਜਾਂਚੋ, ਉਹਦੇ ਜੀਵਨ ਨੂੰ ਵੀ ਜਾਂਚੋ। ਤੇ ਸੰਦੇਸ਼ ਦੇ ਵਿੱਚ ਭਾਈ ਬ੍ਰੈਨਮ ਕੀ ਕਹਿੰਦਾ, ਉਸ ਗੱਲਾਂ ਨੂੰ ਦੇਖੋ ਵੀ ਭਾਈ ਬ੍ਰੈਨਮ ਨੇ ਕਿਹੜੇ ਨਿਰਦੇਸ਼ ਦਿੱਤੇ ਨੇ ਸੰਦੇਸ਼ ਦੇ ਵਿੱਚ। ਕਿਉਂਕਿ ਭਾਈ ਬ੍ਰੈਨਮ ਖੁਦਾ ਦੀ ਆਵਾਜ਼ ਸੀ। ਭਾਈ ਬ੍ਰੈਨਮ ਨੇ ਆਪਣੇ ਕੋਲੋਂ ਕੋਈ ਗੱਲ ਨਹੀਂ ਕੀਤੀ। ਭਾਈ ਬ੍ਰੈਨਮ ਕਹਿੰਦਾ ਜੇ ਤੁਹਾਨੂੰ ਮੇਰਾ ਸੰਦੇਸ਼ ਦੇ ਵਿੱਚੋਂ ਕੋਈ ਵੀ ਗੱਲ ਬਾਈਬਲ ਤੋਂ ਬਾਹਰ ਮਿਲ ਜਾਵੇ ਤੇ ਮੈਂ ਝੂਠਾ ਨਹੀਂ। ਜੋ ਜਿੰਨੇ ਸੰਦੇਸ਼ ਭਾਈ ਬ੍ਰੈਨਮ ਨੇ ਪ੍ਰਚਾਰ ਕੀਤੇ, ਸਭ ਦੇ ਸਭ ਬਾਈਬਲ ਦੇ ਨਾਲ ਮੈਚ ਕਰਦੇ। ਉਹਨੇ ਬਾਈਬਲ ਦਾ ਹੀ ਨਿਚੋੜ ਕਰਕੇ ਸੰਦੇਸ਼ ਪੇਸ਼ ਕਰ ਦਿੱਤੇ ਤਾਂ ਕਿ ਲੋਕ ਕੀ ਕਰਨ, ਉਹਦੇ ਨਾਲ ਸ਼ਿੰਗਾਰ ਕਰਨ। ਤੁਹਾਨੂੰ ਪਤਾ ਅੱਜ ਵੀ ਮੰਨਾ ਦੇ ਰਿਹਾ ਖੁਦਾ। ਪ੍ਰਭੂ ਪੱਖਪਾਤ ਨਹੀਂ ਕਰਦਾ। ਮੂਸਾ ਦੇ ਸਮੇਂ ਉਹਨੇ 40 ਸਾਲ ਦਿਨ ਤੇ ਰਾਤ ਮੰਨਾ ਦਿੱਤਾ ਸੀ ਇਸਰਾਏਲੀ ਲੋਕਾਂ ਨੂੰ, ਅੱਜ ਵੀ ਮੰਨਾ ਦੇ ਰਿਹਾ ਹੈ। ਲੇਕਿਨ ਕੁਝ ਲੋਕ ਅੱਕ ਗਏ ਆ ਮੰਨੇ ਤੋਂ। ਉਹ ਕਹਿੰਦੇ ਸਾਨੂੰ ਨਹੀਂ ਚਾਹੀਦਾ ਮੰਨਾ, ਸਾਨੂੰ ਹਾਂਡੀਆਂ ਯਾਦ ਆਉਂਦੀਆਂ ਮੀਟ ਦੀਆਂ।
ਲੋਕੀ ਪਿੱਛੇ ਨੂੰ ਵੇਖਦੇ ਆ। ਜਦੋਂ ਸੰਦੇਸ਼ 'ਚ ਪਤਾ ਵੀ ਸੰਦੇਸ਼ ਦੇ ਵਿੱਚ ਇਦਾਂ ਦਾ ਜੀਵਨ ਬਤੀਤ ਕਰਨਾ, ਬੜੇ ਸਧਾਰਨ ਤੇ ਸਿੰਪਲ ਰਹਿਣਾ, ਲੋਕੀ ਪਿੱਛੇ ਨੂੰ ਵੇਖਣਾ ਸ਼ੁਰੂ ਕਰ ਦਿੰਦੇ ਆ। ਪਿੱਛੇ ਨੂੰ ਕੀ ਵੇਖਦੇ ਆ? ਸਾਡਾ ਜੀਵਨ ਉਹ ਵਧੀਆ ਸੀਗਾ। ਇਹਦਾ ਕੀ ਮਤਲਬ ਆ? ਜੋ ਚੀਜ਼ ਤੁਹਾਡੇ ਅੰਦਰ ਆ ਉਹ ਤੁਸੀਂ ਪ੍ਰਗਟ ਕਰ ਰਹੇ ਹੋ। ਯਿਸੂ ਮਸੀਹ ਨੇ ਕਿਹਾ ਸੀਗਾ ਤੁਸੀਂ ਆਪਣੇ ਪਿਤਾ ਸ਼ੈਤਾਨ ਤੋਂ, ਉਹਨੇ ਪੱਕੀ ਫਰੀਸੇ ਨੂੰ ਕਿਹਾ, ਉਹ ਕਹਿੰਦੇ ਅਸੀਂ ਇਬਰਾਹਿਮ ਦੀ ਸੰਤਾਨ ਹਾਂ। ਉਹ ਕਹਿੰਦਾ ਨਹੀਂ, ਤੁਸੀਂ ਆਪਣੇ ਪਿਤਾ ਸ਼ੈਤਾਨ ਤੋਂ ਹੋ। ਜਦੋਂ ਯਿਸੂ ਮਸੀਹ ਨੇ ਕਲੀਅਰ ਕਰ ਦਿੱਤਾ ਜਿਹੜਾ ਬੰਦਾ ਬਚਨ ਤੋਂ ਬਾਹਰ ਹੋ ਆਪਣੇ ਪਿਤਾ ਸ਼ੈਤਾਨ ਤੋਂ ਆ, ਉਹ ਜਿੰਨਾ ਮਰਜ਼ੀ ਆਪਣੇ ਆਪ ਨੂੰ ਸੰਤ ਸੇਵਕ ਬਣਾਈ ਜਾਵੇ, ਇਹਦਾ ਕੋਈ ਮਤਲਬ ਨਹੀਂ। ਜਦੋਂ ਖੁਦਾ ਨੇ ਕੱਢ ਦਿੱਤਾ ਉਹਨੂੰ ਕੋਈ ਆਦਰ ਨਹੀਂ ਦੇ ਸਕਦਾ। ਲੋਕਾਂ ਨੇ ਮਜ਼ਾਕ ਸਮਝ ਲਿਆ ਮਸੀਹਤ। ਅੱਜ ਲੋਕਾਂ ਲਈ ਮਸੀਹਤ ਮਜ਼ਾਕ ਆ, ਬਿਜ਼ਨਸ ਆ, ਪੈਸਾ ਕਮਾਉਣ ਦਾ ਤਰੀਕਾ ਆ। ਯਿਸੂ ਮਸੀਹ ਨੇ ਜਾਨ ਇਸ ਕਰਕੇ ਦਿੱਤੀ ਤੁਸੀਂ ਕੈਨੇਡਾ ਤੇ ਅਮਰੀਕਾ ਘੁੰਮੀ ਜਾਓ, ਆਰਾਮ ਕਰੀਆਂ ਕਰੀ ਜਾਓ, ਸ਼ਰਾਬਾਂ ਪੀ ਜਾਓ, ਬੀੜੀਆਂ ਪੀ ਜਾਓ। ਯਿਸੂ ਮਸੀਹ ਨੇ ਆਪਣਾ ਜੀਵਨ ਇਸ ਕਰਕੇ ਦਿੱਤਾ ਸੀ ਜੋ ਕੋਈ ਮੇਰੇ ਉੱਪਰ ਵਿਸ਼ਵਾਸ ਕਰੇ ਉਹ ਬਚਾਇਆ ਜਾਵੇਗਾ। ਫਿਰ ਉਹਨੇ ਇਹ ਵੀ ਕਿਹਾ ਜੇ ਕੋਈ ਵਿਸ਼ਵਾਸ ਨਾ ਕਰੇ ਤੇ ਉਹਦੇ ਉੱਪਰ ਸਜ਼ਾ ਦਾ ਹੁਕਮ ਲਗਾਇਆ ਜਾਵੇਗਾ। ਹੁਣ ਫੈਸਲਾ ਤੇ ਆਪਣਾ ਆ। ਆਜ਼ਾਦ ਮਰਜ਼ੀ ਭਾਈ ਬ੍ਰੈਨਮ ਕਹਿੰਦੇ ਆ, ਭਾਈ ਬ੍ਰੈਨਮ ਨੇ ਕਿਹਾ ਖੁਦਾ ਨੇ ਲੋਕਾਂ ਨੂੰ ਆਜ਼ਾਦ ਮਰਜ਼ੀ ਤੇ ਛੱਡਿਆ ਹੈ, ਉਹ ਜਿੱਦਾਂ ਦਾ ਮਰਜ਼ੀ ਜੀਵਨ ਬਤੀਤ ਕਰ ਸਕਦੇ, ਪ੍ਰਭੂ ਨੇ ਡਾਂਗ ਲੈ ਕੇ ਨਹੀਂ। ਲੇਕਿਨ ਉਹਨੇ ਇੱਕ ਸੇਵਕ ਖੜਾ ਕੀਤਾ ਹੁੰਦਾ ਜਿਹੜਾ ਲਲਕਾਰ ਕੇ ਪੁਲਪਟ ਤੋਂ ਕਹਿੰਦਾ ਆ ਜੇ ਤੁਸੀਂ ਆਪਣਾ ਜੀਵਨ ਨਹੀਂ ਸੁਧਾਰੋਗੇ ਤਾਂ ਦਿੱਕਤ ਪਰੇਸ਼ਾਨੀ 'ਚ ਪੈ ਸਕਦੇ। ਇਹ ਜੀਵਨ ਤਾਂ ਏਦਾਂ ਨਿਕਲੀ ਜਾਣਾ ਹੈ। ਬੱਚੇ ਦੀ ਖਵਾਇਸ਼ਾਂ ਵੀ ਵੱਧਦੀਆਂ ਜਾਣਗੀਆਂ। ਅੱਜ ਛੋਟਾ ਘਰ ਆ ਹੋਰ ਵੱਡਾ ਬਣਾ, ਅੱਜ ਛੋਟੀ ਗੱਡੀ ਆ ਹੋਰ ਵੱਡੀ ਗੱਡੀ। ਖੁਦਾ ਨੇ ਕੀ ਕੀਤਾ ਭਾਈ? ਖੁਦਾ ਦੇ ਕੰਮਾਂ ਲਈ ਕਿੰਨੀਆਂ ਗੱਡੀਆਂ ਸਵਾਰੀਆਂ ਕੀਤੀਆਂ? ਖੁਦਾ ਦੇ ਕੰਮਾਂ ਦੇ ਲਈ ਕਿੰਨੇ ਤੁਸੀਂ ਪੈਸੇ ਦਿੱਤੇ ਆ? ਖੁਦਾ ਦੇ ਕੰਮਾਂ ਲਈ ਕੀ ਕੀਤਾ? ਕੁਝ ਵੀ ਨਹੀਂ। ਫਿਰ ਤੁਸੀਂ ਕਹਿੰਦੇ ਸਾਡਾ ਰੈਪਚਰ ਹੋ ਜਾਵੇ। ਸੰਸਾਰ ਤੋਂ ਮਰੇ ਨਹੀਂ, ਰੈਪਚਰ ਤੁਹਾਡਾ ਪਹਿਲਾਂ ਹੀ ਹੋ ਜਾਊਗਾ। ਇਹ ਕਿੰਨਾ ਮਸਲਾ? ਰੈਪਚਰ ਮਜ਼ਾਕ ਨਹੀਂ ਆ। ਰੈਪਚਰ ਦਾ ਮਤਲਬ ਆ ਅਨੰਤ ਜੀਵਨ, ਹਮੇਸ਼ਾ ਆਪਣੇ ਪ੍ਰਭੂ ਦੇ ਨਾਲ ਰਹਿਣਾ। ਤੇ ਖੁਦਾ ਕਿੱਡਾ ਪਵਿੱਤਰ ਆ ਸਾਡਾ, ਤੇ ਉਹਦੇ ਕੋਲ ਜਾਣ ਦੇ ਲਈ ਤੁਹਾਨੂੰ ਪਵਿੱਤਰਤਾ ਹੀ ਚਾਹੀਦੀ ਆ। ਧਰਤੀ ਤੇ ਤੁਹਾਡਾ ਨਮੂਨਾ ਸਹੀ ਨਹੀਂ ਆ, ਉੱਥੇ ਕੀ ਪੇਸ਼ ਕਰੂੰਗਾ? ਧਰਤੀ ਤੇ ਨਮੂਨਾ ਪੇਸ਼ ਕਰੋ। ਯੂਸਫ ਜਦੋਂ ਜੇਲ੍ਹ ਦੇ ਵਿੱਚ ਸੀਗਾ ਉਹਨੇ ਧਰਤੀ ਤੇ ਆਪਣਾ ਨਮੂਨਾ ਪੇਸ਼ ਕੀਤਾ। ਉਹ ਔਰਤ ਦੇ ਨਾਲ ਗਲਤ ਨਹੀਂ ਹੋਇਆ, ਉਹਨੇ ਧਰਤੀ ਤੇ ਆਪਣਾ ਨਮੂਨਾ ਪੇਸ਼ ਕੀਤਾ। ਤੇ ਕਿੱਥੇ ਖੁਦਾ ਨੇ ਉਹਨੂੰ ਬਿਠਾਇਆ? ਉਹਨੂੰ ਉਸ ਦੇਸ਼ ਦਾ ਹਾਕਮ ਬਣਾ ਦਿੱਤਾ। ਉਹ ਪੋਤੀਫਰ ਦੇ ਸੱਜੇ ਹੱਥ ਜਾ ਬੈਠਾ। ਕਿੱਦਾਂ ਜੀਵਨ ਜੀ ਕੇ ਦਿਖਾਇਆ। ਅੱਜ ਲੋਕੀ ਕਹਿੰਦੇ ਜੀਵਨ ਨਾ ਜੀਣਾ, ਅਸੀਂ ਜੀਵਨ ਨਹੀਂ ਜੀ ਸਕਦੇ। ਬਰਕਤ ਮਿਲ ਜਾਵੇ, ਰੈਪਚਰ ਵੀ ਮਿਲ ਜਾਵੇ। ਨਾ ਤਾਂ ਲੋਕਾਂ ਨੂੰ ਬਰਕਤ ਮਿਲਦੀ ਹੈ, ਰੈਪਚਰ ਤਾਂ ਦੂਰ ਦੀ ਗੱਲ ਰਹੀ। ਬਰਕਤ ਤੋਂ ਵੀ ਖੁੰਝ ਜਾਂਦੇ ਲੋਕ। ਜੇ ਕੋਈ ਬੰਦਾ ਆਤਮਿਕ ਆ, ਤੁਸੀਂ ਉਹਨਾਂ 5-5 ਘੰਟੇ ਗੱਲਾਂ ਮਾਰ ਰਹੇ ਹੋ ਤੇ ਇਹਦਾ ਮਤਲਬ ਇਹ ਨਹੀਂ ਵੀ ਤੁਸੀਂ ਵੀ ਆਤਮਿਕ ਬਣ ਜਾਓਗੇ। ਹੋ ਸਕਦਾ ਉਹ ਆਤਮਿਕ ਹੋਵੇ ਲੇਕਿਨ ਤੁਸੀਂ ਨਹੀਂ ਹੋ। ਯਿਸੂ ਮਸੀਹ ਨਾਲ ਅਮੀਰ ਬੰਦਾ ਗੱਲਾਂ ਕਰ ਰਿਹਾ ਸੀ, ਪ੍ਰਭੂ ਮੈਂ ਆਹ ਕਰਦਾ ਉਹ ਕਰਦਾ। ਪ੍ਰਭੂ ਤਾਂ ਹੈ ਹੀ ਪਵਿੱਤਰ ਆਤਮਾ ਸੀ, ਖੁਦਾ ਸੀਗਾ। ਲੇਕਿਨ ਅਮੀਰ ਬੰਦਾ ਥੋੜੀ ਸੀਗਾ ਪਵਿੱਤਰ। ਖੁਦਾ ਨੂੰ ਪਤਾ ਸੀਗਾ। ਖੁਦਾ ਨੇ ਫਿਰ ਵੀ ਆਫਰ ਦੇ ਦਿੱਤਾ। ਖੁਦਾ ਕਹਿੰਦਾ ਲੈ ਵੇਚ ਦੇ ਸਾਰਾ ਕੁਝ, ਆਇਆ ਪਿੱਛੇ ਮਿਲ ਜੂਗਾ ਤੈਨੂੰ ਆਨੰਦ ਜੀ। ਉਹ ਭੈੜਾ ਪੈ ਗਿਆ ਇਸ ਗੱਲ ਤੋਂ, ਮੈਂ ਬੜਾ ਅਮੀਰ ਆ, ਮੈਂ ਕਿੱਦਾਂ ਛੱਡ ਸਕਦਾ। ਅੱਜ ਤੁਸੀਂ ਵੀ ਕਹਿ ਦਿੰਦੇ, ਅੱਜ ਲੋਕ ਵੀ ਕਹਿ ਦਿੰਦੇ ਆ ਚਰਚਾ ਵਿੱਚ ਆ ਕੇ। ਸੰਸਾਰ ਵੀ ਵੇਖਣਾ ਆ, ਆਟਾ ਕਿੱਥੋਂ ਆਊਗਾ, ਤੇਲ ਕਿੱਥੋਂ ਆਊਗਾ। ਲੇਕਿਨ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੇ ਤੁਸੀਂ ਖੁਦਾ ਦੇ ਬੀਜ ਹੋ, ਉਹ ਤੁਹਾਡਾ ਆਟਾ ਤੇ ਤੇਲ ਵੀ ਮੁਹੱਈਆ ਕਰੇਗਾ। ਕਿਉਂਕਿ ਉਹ ਕੋਣਾ ਜਿਉਂਦਾ ਪਰਮੇਸ਼ਵਰ ਆ। ਤੁਸੀਂ ਖੁਦਾ ਨੂੰ ਕੁਝ ਕਰਨ ਨਹੀਂ ਦਿੰਦੇ। ਆਪਣੇ ਆਪ ਨੂੰ ਉਸ ਕੰਡੀਸ਼ਨ 'ਚ ਆਣ ਦਿਓ ਤਾਂ ਕਿ ਖੁਦਾ ਤੁਹਾਡੇ ਜੀਵਨ 'ਚ ਕੰਮ ਕਰ ਸਕੇ। ਕੰਡੀਸ਼ਨ ਜਦੋਂ ਮਾੜੀ ਜੀ ਆਂਦੀ ਆ, ਪ੍ਰਭੂ ਮੈਂ ਤਾਂ ਮਰ ਗਿਆ, ਮੈਂ ਮਰ ਗਈ, ਖੁਦਾ ਕਹਿੰਦਾ ਲੈ ਬਹਿ ਜਾ ਇੱਥੇ, ਹੁਣ ਕੋਈ ਬਰਕਤ ਨਹੀਂ ਦੇਣੀ। ਲੇਕਿਨ ਜਦੋਂ ਉਸ ਔਰਤ ਦੇ ਕੋਲ ਅਲੀਸ਼ਾ ਗਿਆ, ਖੁਦਾ ਨੇ ਉਸ ਔਰਤ ਨੂੰ ਉਸ ਕੰਡੀਸ਼ਨ 'ਚ ਲਿਆਂਦਾ, ਗਰੀਬੀ 'ਚ ਲਿਆਂਦਾ, ਕੁਛ ਨਹੀਂ ਸੀ ਖਾਣ ਪੀਣ ਨੂੰ। ਅਲੀਸ਼ਾ ਕਹਿੰਦਾ ਆਪਣੇ ਭਾਂਡੇ ਲਿਆ, ਜਿਹੜੇ ਭਾਂਡੇ ਭਰਦੇ ਜਾਣ ਉਹਨੂੰ ਅੱਲਾ ਕੀਤਾ ਸਮਝਿਆ। ਤੇ ਉਹਨਾਂ ਨੇ ਉਸੇ ਤੇਲ ਨੂੰ ਵੇਚ ਕੇ ਗੁਜ਼ਾਰਾ ਕੀਤਾ। ਜਦੋਂ ਤੁਹਾਡੇ ਉੱਤੇ ਕੰਡੀਸ਼ਨ ਨਹੀਂ ਆਵੇਗੀ ਤੇ ਸਮਝ ਤੁਸੀਂ ਖੁਦਾ ਦੇ ਧੀਆਂ ਪੁੱਤਰ ਨਹੀਂ। ਕਿਉਂਕਿ ਭਾਈ ਬ੍ਰੈਨਮ ਨੇ ਕਿਹਾ ਜੇ ਸ਼ੈਤਾਨ ਤੁਹਾਡੇ ਪਿੱਛੇ ਨਹੀਂ ਆ ਫਿਰ ਉਹ ਤੁਹਾਡੇ ਅੰਦਰ ਹੀ ਬੈਠਾ ਆ। ਅੱਜ ਲੋਕ ਨਹੀਂ ਕਹਿੰਦੇ ਸਾਨੂੰ ਤੰਗ ਕਰਦਾ ਸ਼ੈਤਾਨ। ਤੁਸੀਂ ਦੇਖ ਲਓ ਪਿਛਲਾ ਜਿੱਥੇ ਵੀ ਅਸੀਂ ਤਾਂ ਬੜੀ ਆਸ਼ ਕਰਦੇ ਹਾਂ, ਸਾਨੂੰ ਵੱਡੀ ਮਿਲ ਗਈ ਉਸ ਚਰਚ ਜਾ ਕੇ, ਹੈ ਸਾਨੂੰ ਬਰਕਤ ਮਿਲ ਗਈ। ਉਹ ਸ਼ੈਤਾਨ ਉਹਨਾਂ ਦੇ ਅੰਦਰ ਹੀ ਬੈਠਾ ਹੈ। ਜੇ ਖੁਦਾ ਤੁਹਾਨੂੰ ਜਿੱਦਣ ਇਸਤੇਮਾਲ ਕਰੂਗਾ ਤੁਹਾਨੂੰ ਦਿੱਕਤਾਂ ਪਰੇਸ਼ਾਨੀਆਂ ਵੀ ਪਾ ਦੇਣਾ। ਹਰ ਪਾਸੇ ਦਿੱਕਤ ਤੇ ਪਰੇਸ਼ਾਨੀ ਹੋਵੇਗੀ। ਸੰਤ ਪੌਲੁਸ ਜਦੋਂ ਖੁਦਾ ਦਾ ਚੁਣਿਆ ਹੋਇਆ ਅਭਿਸ਼ਿਕਤ ਦਾਸ, ਜਦੋਂ ਖੁਦਾ ਨੇ ਉਹਨੂੰ ਚੁਣਿਆ, ਜਦੋਂ ਉਹਨੇ ਸੇਵਾ ਸਟਾਰਟ ਕੀਤੀ, ਉਹਦੀ ਅੱਖਾਂ ਤੋਂ ਛਿਲਕੇ ਉਤਰੇ, ਉਸੇ ਘੜੀ ਤੋਂ ਉਹਨੂੰ ਦੁਬਿਧਾ ਦੇ ਵਿੱਚ ਪਾ ਦਿੱਤਾ।
5 ਵਾਰੀ 39 ਕੋਲੇ ਖਾਧੇ, ਐਸ਼ ਕਰ ਸਕਦਾ ਸੀ ਉਹਨੇ 5 ਵਾਰੀ 39 ਕੋਲੇ ਖਾਧੇ, 45 ਮਾਰ ਖਾਧੀ, ਨੰਗਾ ਰਿਹਾ, ਜੰਗਲਾਂ 'ਚ ਰਿਹਾ, ਸਮੁੰਦਰਾਂ 'ਚ ਰਿਹਾ। ਉਹ ਵੀ ਬੰਦਾ ਸੀਗਾ ਸਾਡੇ ਵਰਗਾ, ਉਹਨੂੰ ਖੰਭ ਨਹੀਂ ਸੀ ਲੱਗੇ ਹੋਏ ਵੀ ਖੰਭ ਲੱਗੇ ਸੀ ਉੱਡ ਕੇ ਇੱਥੇ ਚੱਲ ਜਾਂਦਾ ਸੀ, ਉੱਡ ਕੇ ਇੱਧਰ ਆ ਜਾਂਦਾ ਸੀਗਾ। ਉਹ ਵੀ ਤੁਹਾਡੇ ਤੇ ਮੇਰੇ ਵਰਗਾ ਮਨੁੱਖ ਸੀ, ਲੇਕਿਨ ਉਹ ਖੁਦਾ ਦਾ ਅਭਿਸ਼ਿਕਤ ਤੇ ਚੁਣਿਆ ਹੋਇਆ ਸੀਗਾ। ਜੇ ਤੁਸੀਂ ਕਹਿੰਦੇ ਅਸੀਂ ਖੁਦਾ ਤੇਰੇ ਬੇਟੇ ਬੇਟੀਆਂ, ਸ਼ਰਮ ਆਣੀ ਚਾਹੀਦੀ। ਭਾਈ ਬ੍ਰਦਰ ਨੇ ਕਿਹਾ ਸ਼ਰਮ ਕਰੋ ਆਪਣੇ ਆਪ ਨੂੰ ਖੁਦਾ ਦਾ ਬੇਟਾ ਬੇਟੀ ਕਹਿੰਦੇ ਹੋਏ। ਲੋਕ ਤੁਹਾਡੇ ਜੀਵਨਾਂ ਤੋਂ ਠੋਕਰ ਖਾਂਦੇ ਆ, ਤੁਸੀਂ ਕਹਿੰਦੇ ਅਸੀਂ ਸੰਦੇਸ਼ ਦੇ ਵਿੱਚ, ਅਸੀਂ ਮਸੀਹ ਆ ਜੀ। ਮਸੀਹ ਤੁਹਾਡੇ ਅੰਦਰ ਹੈ ਹੀ। ਗਾਲਾਂ ਤੁਸੀਂ ਕੱਢਦੇ ਹੋ, ਸ਼ਰਾਬਾਂ ਤੁਸੀਂ ਪੀਂਦੇ ਹੋ, ਧੜੇਬਾਜ਼ੀਆਂ ਤੁਸੀਂ ਕਰਦੇ ਹੋ, ਗਲਤ ਸੰਗਤੀਆਂ ਤੁਹਾਡੀ ਲੋਕਾਂ ਦੇ ਨਾਲ। ਤੁਹਾਨੂੰ ਪਤਾ ਪਵਿੱਤਰ ਆਤਮਾ ਪਾਇਆ ਹੋਇਆ ਭੈਣ ਭਾਈ ਗਲਤ ਲੋਕਾਂ ਨਾਲ ਸੰਗਤੀ ਨਹੀਂ ਕਰਦਾ, ਕਿਉਂਕਿ ਖੁਦਾ ਉਹਨੂੰ ਜਾਣ ਹੀ ਨਹੀਂ ਦਿੰਦਾ। ਕਹਿੰਦੇ ਕਬੂਤਰ ਦਾ ਪਿੱਤਾ ਨਹੀਂ ਹੁੰਦਾ, ਕਬੂਤਰ ਮਾਸ ਖਾ ਹੀ ਨਹੀਂ ਸਕਦਾ, ਉਹਨੇ ਖਾਣਾ ਹੀ ਦਾਣਾ ਆ। ਜੇ ਤੁਸੀਂ ਆਪਣੇ ਆਪ ਨੂੰ ਕਬੂਤਰ ਪੇਸ਼ ਕਰ ਰਹੇ ਹੋ ਤੇ ਤੁਸੀਂ ਗਲਤ ਭੋਜਨ ਖਾ ਰਹੇ ਹੋ, ਇਹਦਾ ਮਤਲਬ ਕੁਛ ਨਾ ਕੁਛ ਗੜਬੜ ਆ। ਤੁਸੀਂ ਕਬੂਤਰ ਨਹੀਂ ਹੋ, ਤੁਸੀਂ ਘੁੱਗੀ ਨਹੀਂ ਹੋ, ਤੁਸੀਂ ਕਾਂ ਹੋਵੇ। ਦੋਗਲਾ ਜੀਵਨ ਤੇ ਦੋਗਲੇ ਜੀਵਨ ਨੂੰ ਖੁਦਾ ਪਸੰਦ ਨਹੀਂ ਕਰਦਾ। ਅਮੀਰ ਬੰਦੇ ਨੇ ਵੀ ਦੋਗਲਾ ਕੰਮ ਕੀਤਾ। ਪ੍ਰਭੂ ਅੱਗੇ ਬੜਾ ਪੇਸ਼ ਕਰ ਰਹੇ ਸੀ ਆਪਣੇ ਆਪ ਨੂੰ, ਪ੍ਰਭੂ ਨੇ 1 ਮਿੰਟ 'ਚ ਝਟਕਾ ਮਾਰ ਕੇ ਮਾਰਿਆ। ਇਸ ਤਰ੍ਹਾਂ ਦੇ ਲੋਕਾਂ ਦੇ ਜੀਵਨ ਹੋ ਗਏ। ਇਸ ਕਰਕੇ ਇਹੋ ਜਿਹਾ ਜੀਵਨ ਨਾ ਬਤੀਤ ਕਰੋ, ਠੀਕ ਹੈ ਨਾ। ਜੀਵਨ ਬਤੀਤ ਕਰਨਾ ਆ ਤੇ ਜਿੱਦਾਂ ਸੰਤ ਪੌਲਸ ਨੇ ਕੀਤਾ, ਜਿੱਦਾਂ ਸਾਡੇ ਯੁਗ ਭਾਈ ਵਿਲੀਅਮ ਬ੍ਰੈਨਮ ਨੇ ਕੀਤਾ, ਸੰਤ ਪਤਰਸ ਨੇ ਕੀਤਾ, ਉਹਦੇ ਨਵੀਆਂ ਰਸੂਲਾਂ ਨੇ ਜੀਵਨ ਬਤੀਤ ਕੀਤਾ, ਇਦਾਂ ਦਾ ਜੀਵਨ ਬਤੀਤ ਕਰੋ। ਜੇ ਰੈਪਚਰ ਵਿੱਚ ਜਾਣਾ ਚਾਹੁੰਦੇ, ਰੈਪਚਰ ਮਜ਼ਾਕ ਨਹੀਂ, ਤੇ ਚਰਚ ਆ ਕੇ ਤੁਹਾਡਾ ਰੈਪਚਰ ਹੋਊਗਾ, ਦਾਸ ਅਸਮਾਨ ਦੇ ਤੁਹਾਡਾ ਰੈਪਚਰ। ਜਿੱਦ ਤੱਕ ਤੁਸੀਂ ਵਚਨ ਦੇ ਉੱਪਰ ਆਮੀਨ ਨਹੀਂ ਬੋਲਦੇ, ਵਚਨ ਦੇ ਉੱਪਰ ਚੱਲਦੇ ਨਹੀਂ ਹੋ, ਸੇਵਕ ਦੀ ਆਗਿਆਕਾਰੀ ਨਹੀਂ ਕਰਦੇ, ਸੇਵਕ ਦੀ ਨਜ਼ਰ 'ਚ ਬੰਦਾ ਸਹੀ ਨਹੀਂ ਆ, ਮੈਂ ਰੈਪਚਰ ਚੱਲੂਗਾ। ਜੇ ਖੁਦਾ ਦਾ ਕੋਈ ਪਵਿੱਤਰ ਆਤਮਾ ਪਾਇਆ ਹੋਇਆ ਮਨੁੱਖ ਆ, ਤੁਸੀਂ ਉਹਦੀ ਨਜ਼ਰਾਂ 'ਚ ਸਹੀ ਨਹੀਂ ਹੋ, ਤੁਸੀਂ ਕਿੱਦਾਂ ਚੱਲੋਗੇ? ਬੰਦਾ ਇਹ ਨਹੀਂ ਕਰ ਸਕਦਾ। ਲੋਕੀ ਕਹਿੰਦੇ ਤੂੰ ਨਹੀਂ ਸਿਖਾਏਗਾ ਤੇ ਹੋਰ ਚੱਲ ਜਾਓ ਭਾਈ। ਪਵਿੱਤਰ ਆਤਮਾ ਉੱਥੇ ਵੀ ਖੜ ਜਾਵੇਗਾ ਆ ਕੇ, ਉੱਥੇ ਵੀ ਮੇਰੇ ਵਰਗਾ ਹੀ ਬੰਦਾ ਖੜਾ ਕਰ ਦੇਵੇਗਾ, ਉਹ ਜਿਹੜਾ ਤੁਹਾਡੇ ਨਾਲ ਵਚਨ ਦੀ ਤਲਵਾਰ ਲੈ ਕੇ ਖੜ ਜਾਵੇਗਾ। ਫਿਰ ਕਿੱਥੇ ਕਿੱਥੇ ਭੱਜੋਗੇ? ਇਸ ਕਰਕੇ ਆਪਣੇ ਜੀਵਨਾਂ ਨੂੰ ਸੁਧਾਰੋ। ਹੁਣ ਤੁਹਾਨੂੰ ਪਤਾ ਜਦੋਂ ਮੂਸਾ ਨੇ ਮਾਰਾ ਨਾਮ ਇੱਕ ਚਟਾਨ ਸੀ, ਉਹਦੇ ਉੱਪਰ ਲਾਠੀ ਮਾਰੀ, ਕੋੜਾ ਪਾਣੀ ਵੀ ਮਿੱਠਾ ਹੋ ਗਿਆ, ਕਿਉਂਕਿ ਖੁਦਾਵੰਦ ਜਿਹਦੇ ਨਾਲ ਹੁੰਦਾ ਆ ਉਹਦੇ ਲਈ ਰਸਤੇ ਖੋਲ ਦਿੰਦਾ। ਜਦੋਂ ਯਰੀਹੋ ਦੀ ਦੀਵਾਰ ਜਿਹੜੀ ਖੜੀ ਸੀ ਬਹੁਤ ਮਜ਼ਬੂਤ ਦੀਵਾਰ ਸੀਗੀ, ਲੇਕਿਨ ਜਦੋਂ ਯਹੋਸ਼ੂਆ ਦਾ ਸੇਵਕ ਉਸ ਸਥਾਨ 'ਚ ਗਿਆ ਤੇ ਖੁਦਾ ਨੇ ਯਰੀਹੋ ਦੀ ਦੀਵਾਰ ਨੂੰ ਮਿਟਾ ਦਿੱਤਾ। ਜੇ ਤੁਸੀਂ ਖੁਦਾ ਦੇ ਪਵਿੱਤਰ ਆਤਮਾ ਪਾਏ ਹੋਏ ਬੇਟੇ ਬੇਟੀਆਂ ਹੋ, ਤੁਹਾਡੇ ਸਾਹਮਣੇ ਜਿੰਨੀ ਮਰਜ਼ੀ ਵੱਡੀ ਕੰਡੀਸ਼ਨ ਆ ਜਾਵੇ, ਹੋ ਸਕਦਾ ਤੁਹਾਨੂੰ ਡਾਕਟਰਾਂ ਨੇ ਜਵਾਬ ਦੇ ਦਿੱਤਾ ਹੋਵੇ ਕਿ ਤੁਸੀਂ 1 ਸਾਲ ਜੀਓਗੇ, ਤੁਹਾਨੂੰ ਆਹ ਬਿਮਾਰੀ ਠੀਕ ਨਹੀਂ ਹੋ ਸਕਦੀ, ਲੇਕਿਨ ਜੇ ਤੁਸੀਂ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਝਿੜਕੋਗੇ, ਇਹ ਬਿਮਾਰੀ ਮੇਰਾ ਕੋਈ ਅਧਿਕਾਰ ਨਹੀਂ ਆ, ਮੈਂ ਖੁਦਾ ਦੀ ਬੇਟੀ, ਮੈਂ ਖੁਦਾ ਦਾ ਬੇਟਾ ਹਾਂ, ਬਿਮਾਰੀ ਤੂੰ ਮੈਨੂੰ ਮਾਰ ਸਕਦੀ ਆ, ਲੇਕਿਨ ਮੇਰਾ ਖੁਦਾ ਮੈਨੂੰ ਜਿੰਦਾ ਕਰ। ਸਾਡੇ ਅੰਦਰ ਇਹੋ ਜਿਹਾ ਵਿਸ਼ਵਾਸ ਹੋਣਾ ਚਾਹੀਦਾ। ਇਸ ਕਰਕੇ ਜਿਹੜੇ ਖੁਦਾ ਦੇ ਪਵਿੱਤਰ ਲੋਕ ਆ ਕਦੇ ਨਹੀਂ ਮਰਦੇ, ਅਮਰ ਹੋ ਜਾਂਦੇ। ਮੈਂ ਤੁਹਾਨੂੰ ਬਾਈਬਲ 'ਚ ਦਿਖਾਊਂਗਾ, ਬਾਈਬਲ 'ਚ ਲਿਖਿਆ ਅਮਰ। ਤੁਹਾਨੂੰ ਪਤਾ ਯੀਸ਼ੂ ਮਸੀਹ ਭਰਿਆ ਹੋਇਆ ਸੀਗਾ, ਲੇਕਿਨ ਯਹੂਦਾ ਖਾਲੀ ਸੀ। ਜਿਹੜਾ ਮਿਕਾਇਲ ਦੂਤ ਸੀ ਉਹ ਵਚਨ ਦੇ ਨਾਲ ਭਰਿਆ ਹੋਇਆ ਸੀਗਾ, ਲੇਕਿਨ ਲੂਸੀਫਰ ਕੌਣ ਸੀਗਾ? ਖਾਲੀ ਸੀਗਾ। ਯਹੂਬ ਭਰਿਆ ਹੋਇਆ ਸੀ, ਇਸਾਬ ਖਾਲੀ ਸੀ। ਹਾਵਲ ਭਰਿਆ ਹੋਇਆ ਸੀ, ਕੈਨ ਖਾਲੀ ਸੀ। ਅੱਜ ਵੀ ਲੋਕ ਖਾਲੀ ਨੇ, ਲੇਕਿਨ ਜਿਹੜੇ ਪਵਿੱਤਰ ਆਤਮਾ ਦੀ ਗਵਾਹੀ ਦੇ ਨਾਲ ਚੱਲਦੇ ਆ ਉਹ ਭਰੇ ਹੋਏ ਆ। ਅੱਜ ਦੁਲਹਨ ਭਰੀ ਹੋਈ ਆ, ਹੈ ਕਿ ਨਹੀਂ ਭਰੀ ਹੋਈ? ਅੱਜ ਦੁਲਹਨ ਭਰੀ ਆ, ਲੇਕਿਨ ਤੁਸੀਂ ਮਿਸ਼ਨਾਂ ਜਥੇਬੰਦੀਆਂ ਸੰਸਾਰ 'ਚ ਜਾਓ, ਸਭ ਖਾਲੀ ਆ, ਸਭ ਖਾਲੀ, ਕੁਝ ਨਹੀਂ ਆ। 2-2 ਘੰਟੇ ਗਾਣੇ ਚੱਲਦੇ ਆ, ਹੋ ਸਕਦਾ ਮੁੰਡੇ ਵੀ ਜਿੰਦੇ ਹੋਣ, ਚੰਗਿਆਈਆਂ ਵੀ ਹੁੰਦੀਆਂ ਹੋਣ, ਲੇਕਿਨ ਫਿਰ ਵੀ ਖਾਲੀ ਹੈ। ਜਿਸ ਕੋ ਜੀਵਨ ਹੀ ਨਹੀਂ ਆ, ਉਹ ਬੰਦਾ ਕਿਸ ਕੰਮ ਦਾ? ਜਿਸ ਕੋ ਜੀਵਨ ਹੀ ਨਹੀਂ, ਸਭ ਤੋਂ ਮਹਿੰਗਾ ਜੀਵਨ, ਜੇ ਤੁਹਾਡੇ ਕੋਲ ਸਭ ਤੋਂ ਭਾਰੇ ਮੁੱਲ ਦਾ ਮੋਤੀ ਆ, ਜੇ ਤੁਹਾਡੇ ਕੋਲ ਯੀਸ਼ੂ ਮਸੀਹ ਦਾ ਜਿਉਂਦਾ ਵਚਨ ਆ, ਤੁਹਾਨੂੰ ਕੋਈ ਮੌਤ ਤੁਹਾਡੇ ਉੱਪਰ ਅਧਿਕਾਰ ਨਹੀਂ ਕਰ ਸਕਦੀ। ਹੋ ਸਕਦਾ ਅੱਜ ਤੁਹਾਡੇ ਵਿੱਚ ਕੋਈ ਚਲਾ ਜਾਵੇ, ਹੋ ਸਕਦਾ ਮੈਂ ਚਲਾ ਜਾਵਾਂ, ਲੇਕਿਨ ਜੇ ਤੁਸੀਂ ਖੁਦਾ ਦੇ ਵਚਨ 'ਚ ਚੱਲਦੇ ਹੋ, ਮੌਤ ਦਾ ਫਿਰ ਤੁਹਾਡੇ ਉੱਪਰ ਕੋਈ ਅਧਿਕਾਰ ਨਹੀਂ। ਉਹ ਕਬਰਾਂ ਨੂੰ ਪਾੜ ਕੇ ਤੁਹਾਨੂੰ ਖੜਾ ਕਰ ਦੇਵੇਗਾ। ਇਸ ਕਰਕੇ ਆਪਣੇ ਆਪ ਨੂੰ ਵਚਨ ਦੇ ਲਈ ਤਿਆਰ ਕਰੋ, ਇੱਕ ਉਦੇਸ਼ ਲੈ ਕੇ ਆਓ ਆਪਣੇ ਜੀਵਨ 'ਚ। ਤੁਹਾਡੇ ਜੀਵਨ 'ਚ ਉਦੇਸ਼ ਹੀ ਨਹੀਂ ਹੈ। ਸੰਡੇ ਆਉਂਦੇ ਹੋ, ਪ੍ਰਚਾਰ ਸੁਣਦੇ ਹੋ, ਆਪਣੇ ਘਰਾਂ ਨੂੰ ਚਲ ਜਾਂਦੇ ਹੋ। ਕੀ ਉਦੇਸ਼ ਆ ਤੁਹਾਡੇ ਜੀਵਨ ਦਾ? ਕਿੰਨੀਆਂ ਰੂਹਾਂ ਤੁਸੀਂ ਜਿੱਤੀਆਂ ਆ?
ਨਬੀ ਕਹਿੰਦਾ, ਭਾਈ ਬ੍ਰੈਨਮ ਕਹਿੰਦਾ, ਜੇ ਤੁਸੀਂ ਰੂਹਾਂ ਨਹੀਂ ਜਿੱਤਦੇ ਤੁਸੀਂ ਦੋਸ਼ੀ ਠਹਿਰਾਏ ਜਾਓਗੇ। ਤੁਹਾਨੂੰ ਸਿੱਕਾ ਦਿੱਤਾ ਗਿਆ, ਤੁਸੀਂ ਸਿੱਕਾ ਵਧਾਇਆ ਹੀ ਨਹੀਂ। ਇਹ ਬਾਈਬਲ 'ਚ ਲਿਖਿਆ ਹੈ, ਜਦੋਂ ਮਾਲਕ ਗਿਆ ਉਹਨੇ ਆਪਣੇ ਨੌਕਰਾਂ ਨੂੰ ਸਿੱਕੇ ਦਿੱਤੇ, ਕਿਸ ਨੂੰ 1 ਦਿੱਤਾ, ਕਿਸ ਨੂੰ 2 ਦਿੱਤੇ, ਕਿਸ ਨੂੰ 5, ਕਿਸ ਨੂੰ 10। ਜਿਹਨੂੰ 10 ਦਿੱਤੇ ਉਹਨੇ ਹੋਰ ਵਧਾਏ, ਜਿਹਨੂੰ 5 ਦਿੱਤੇ ਉਹਨੇ ਹੋਰ ਵਧਾਏ, ਜਿਹਨੂੰ 3 ਜਾਂ 2 ਦਿੱਤੇ, ਜਿਹਨੂੰ 1 ਦਿੱਤਾ ਉਹ ਲੈ ਕੇ ਬਹਿ ਗਿਆ। ਜੇ ਖੁਦਾ ਦਾ ਵਚਨ ਤੁਹਾਡੇ ਕੋਲ ਆ, ਲੈ ਕੇ ਨਾ ਬੈਠੋ, ਆਪਣਾ ਜੀਵਨ ਪੇਸ਼ ਕਰੋ ਲੋਕਾਂ ਦੇ ਅੰਦਰ। ਲੋਕਾਂ ਦੇ ਅੱਗੇ ਤੁਹਾਡਾ ਜੀਵਨ ਪੇਸ਼ ਹੋਣਾ ਚਾਹੀਦਾ ਤਾਂ ਕਿ ਲੋਕੀ ਤੁਹਾਡੇ ਜੀਵਨ ਨੂੰ ਵੇਖਦੇ ਹੋਏ ਤਬਦੀਲ ਹੋ ਜਾਣ। ਇੱਥੇ ਲੋਕੀ ਤੁਹਾਡੇ ਨਾਲ ਗੱਲਾਂ ਕਰਕੇ ਚੱਲ ਜਾਂਦੇ, ਤੁਹਾਨੂੰ ਪਿਚਰਾ ਕਰਕੇ ਚੱਲ ਜਾਂਦੇ, ਕਿਉਂਕਿ ਉਹਨਾਂ ਨੂੰ ਪਤਾ ਆ ਜੀਵਨ ਸਹੀ ਨਹੀਂ ਆ, ਝੂਠੇ ਲੋਕ ਨੇ। ਆਪਣੇ ਜੀਵਨਾਂ ਨੂੰ ਸੁਧਾਰੋ ਜੇ ਰੈਪਚਰ ਚਾਹੁੰਦੇ ਹੋ, ਨਹੀਂ ਤਾਂ ਫਿਰ ਜਿੱਥੇ ਅਮੀਰ ਬੰਦਾ ਗਿਆ ਉਸ ਜਗ੍ਹਾ ਤੇ ਬਹੁਤ ਸਾਰੇ ਸਥਾਨ ਖਾਲੀ ਪਏ ਆ। ਥੱਲੇ ਵੀ ਜਗ੍ਹਾ ਖਾਲੀ, ਉੱਪਰ ਵੀ ਖਾਲੀ ਹੈ। ਹੁਣ ਫੈਸਲਾ ਤੁਹਾਡਾ ਆ, ਜਿੱਥੇ ਅਮੀਰ ਬੰਦਾ ਚਲੇ ਗਿਆ ਉੱਥੇ ਜਾਣਾ ਕਿ ਜਿੱਥੇ ਲਾਜ਼ਰ ਗਿਆ ਉੱਥੇ ਜਾਣਾ, ਖੁਦਾ ਦੇ ਰਾਜ 'ਚ ਜਾਣਾ, ਮਹਿਮਾ ਵਿੱਚ ਜਾਣਾ ਹੈ। ਇਹ ਫੈਸਲਾ ਤੁਸੀਂ ਆਪ ਕਰਨਾ ਹੈ। ਆਓ ਅਸੀਂ ਕੱਢਾਂਗੇ ਕੁਰਿੰਥੀਆਂ, ਪਹਿਲਾ ਕੁਰਿੰਥੀਆਂ 15:12। ਹੁਣ ਜੇ ਮਸੀਹ ਦਾ ਇਹ ਪ੍ਰਚਾਰ ਕਰੀਦਾ ਹੈ ਭਈ ਉਹ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ, ਤਾਂ ਕਈ ਤੁਹਾਡੇ ਵਿੱਚੋਂ ਕਿਵੇਂ ਆਖਦੇ ਹਨ ਭਈ ਉਹ ਮੁਰਦਿਆਂ ਦਾ ਜੀ ਉੱਠਣਾ ਹੈ ਹੀ ਨਹੀਂ। ਉਹ ਲੋਕ ਕਹਿੰਦੇ ਕੋਈ ਰਚਨ ਨਹੀਂ, ਪਰ ਜੇ ਮੁਰਦਿਆਂ ਦਾ ਜੀ ਉੱਠਣਾ ਨਹੀਂ ਹੈ ਤਾਂ ਮਸੀਹ ਵੀ ਨਹੀਂ, ਕਿਉਂਕਿ ਯੀਸ਼ੂ ਮਸੀਹ ਮੁਰਦਿਆਂ ਤੋਂ ਜੀ ਉੱਠਿਆ, ਪਹਿਲਾਂ ਉੱਠਾ ਸੀਗਾ। ਜੇ ਉਹ ਜੀ ਉੱਠਿਆ ਆ ਤੇ ਅਸੀਂ ਵੀ ਜੀ ਉਠਾਂਗੇ, ਜੇ ਰੈਪਚਰ ਤੋਂ ਪਹਿਲਾਂ ਕੋਈ ਇਸ ਤਰ੍ਹਾਂ ਨੂੰ ਛੱਡ ਚਲਾ ਜਾਏ। ਅਤੇ ਜੇ ਮਸੀਹ ਨਹੀਂ ਜੀ ਉੱਠਿਆ ਤਾਂ ਸਾਡਾ ਪ੍ਰਚਾਰ ਥੋਤਾ ਹੈ ਅਤੇ ਸਾਡੀ ਨਿਹਚਾ ਥੋਤੀ ਹੈ, ਨਾਲੇ ਅਸੀਂ ਪਰਮੇਸ਼ਵਰ ਦੇ ਝੂਠੇ ਗਵਾਹ ਵੀ ਠਹਿਰੇ। ਕਿਉਂ ਜੋ ਅਸਾਂ ਪਰਮੇਸ਼ਵਰ ਦੀ ਸਾਖੀ ਦਿੱਤੀ, ਜੋ ਉਸਨੇ ਮਸੀਹ ਨੂੰ ਜਵਾਲਿਆ, ਜਿਸ ਨੂੰ ਉਸਨੇ ਨਹੀਂ ਜਵਾਲਿਆ, ਜੇਕਰ ਮੁਰਦੇ ਨਹੀਂ ਜੀਉਂਦੇ, ਕਿਉਂਕਿ ਜੇ ਮੁਰਦੇ ਨਹੀਂ ਜੀਉਂਦੇ ਤਾਂ ਮਸੀਹ ਵੀ ਨਹੀਂ ਜੀਉਂਦੇ। ਤੇ ਸਾਡਾ ਪ੍ਰਭੂ ਯਿਸੂ ਮਸੀਹ ਜੀ ਉੱਠਿਆ ਤੇ ਅਸੀਂ ਵੀ ਉਹਦੇ ਨਾਲ ਜੀ ਉਠਾਂਗੇ। ਜੇ ਇਸ ਧਰਤੀ ਤੇ ਚਲੇ ਜਾਂਦੇ ਰੈਪਚਰ ਤੋਂ ਵੇਖੋ ਮੈਂ ਤੁਹਾਨੂੰ ਇੱਕ ਭੇਦ ਦੱਸਦਾ ਹਾਂ ਜੋ ਅਸੀਂ ਸੱਬੇ ਨਹੀਂ ਸੋਵਾਂਗੇ। ਕਹਿੰਦਾ ਮੈਂ ਤੁਹਾਨੂੰ ਇੱਕ ਭੇਦ ਦੱਸਦਾ ਹਾਂ ਜੋ ਅਸੀਂ ਸੱਬੇ ਨਹੀਂ ਸੋਵਾਂਗੇ, ਪਰ ਸੱਬੇ ਛਿਨ ਭਰ ਵਿੱਚ ਅੱਖ ਦੀ ਝਮਕ ਵਿੱਚ ਛੇਕੜ ਲਈ ਪੂਰੀ ਫੂਕ ਦੇ ਆਸਾਰ ਹੋਰ ਦੇ ਹੋਰ ਹੋ ਜਾਵਾਂਗੇ। ਪੂਰੀ ਫੂਕੀ ਜਾਵੇਗੀ ਅਤੇ ਮੁਰਦੇ ਅਵਿਨਾਸ਼ੀ ਹੋ ਕੇ ਜੀ ਉੱਠਣਗੇ ਅਤੇ ਅਸੀਂ ਹੋਰ ਦੇ ਹੋਰ ਜਾਵਾਂਗੇ। ਕਿਉਂ ਜੋ ਜ਼ਰੂਰ ਹੈ ਨਾਸ਼ਵਾਨ ਅਵਿਨਾਸ਼ ਨੂੰ ਗਾਲੇ ਪਾਵੇ ਅਤੇ ਇੱਕ ਮਰਨਹਾਰ ਅਮਰਤਾ ਨੂੰ ਗਾਲੇ ਪਾਵੇ। ਅਮਰਤਾ ਨੂੰ ਗਾਲੇ ਪਾਵੇ ਜਦੋਂ ਪਰਫੈਕਟ ਹੈ, ਜੋ ਤੁਸੀਂ ਪਰਫੈਕਟ ਬਣੇ
तेरी दुल्हन ने ही तेरे वचन को पूरा करना है प्रभु जी। हरेक ने तेरे वचन को पूरा करना है, क्योंकि दुल्हन ਨੂੰ ਇੱਕ ਨਿਸ਼ਾਨੀ ਦਿੱਤੀ ਜਾਂਦੀ ਹੈ ਜਦੋਂ ਉਹਦਾ ਵਿਆਹ ਹੁੰਦਾ ਹੈ। ਦੁल्हन ਸ਼ਿੰਗਾਰ ਕਰਦੀ ਹੈ ਤੇ ਲੋਕਾਂ ਦੀ ਭੀੜ ਵਿੱਚ ਪਤਾ ਲੱਗਦਾ ਹੈ ਕਿ ਇਹੀ ਦੁल्हन ਹੈ ਜਿਹਦੀ ਸ਼ਿੰਗਾਰ ਕੀਤਾ ਹੋਇਆ। ਇਹ ਮਹਾਨ ਹੁੰਦਾ ਜਦੋਂ ਤੇਰੀ ਦੁल्हन ਬੱਚੇ ਦੇ ਨਾਲ ਸ਼ਿੰਗਾਰ ਕਰ ਰਹੀ ਹੈ, ਇਹੀ ਸਾਬਤ ਕਰ ਦਿੰਦਾ ਹੈ ਕਿ ਯਿਸੂ ਮਸੀਹ ਨੂੰ ਦੁल्हन ਨੂੰ ਰੈਪਚਰ ਵਿੱਚ ਨਹੀਂ ਕਰਨਾ। ਦਇਆ ਕਰ, ਕਿਰਪਾ ਕਰ, ਅੱਜ ਦੇ ਛੋਟੇ ਸੰਦੇਸ਼ ਦੇ ਅੰਦਰ ਬਹੁਤ ਧੰਨਵਾਦ। ਸਾਰਾ ਆਦਰ ਜਿਹੜਾ ਤੇਰੇ ਨਾਮ ਦੇ ਲਈ ਜਿਹਨੇ ਬਿਮਾਰ ਪਰੇਸ਼ਾਨ ਜਿਨ੍ਹਾਂ ਨੂੰ ਕੈਂਸਰ ਦੀ ਜਿਨ੍ਹਾਂ ਨੂੰ ਕੋਈ ਦੁੱਖ ਬਿਮਾਰੀ ਹੈ, ਤੇਰੇ ਨਾਮ ਦੇ ਜਾਂਦੀਆਂ ਰਹਿਣ ਹਰੇਕ ਬਿਮਾਰੀ ਨੂੰ ਤੇਰੇ ਨਾਮ ਤੋਂ ਇੱਕ ਪਿਆਰ ਮੈਨੂੰ ਆਪਣੇ ਅਧਿਕਾਰ ਦਾ ਇਸਤੇਮਾਲ ਨਹੀਂ ਕਰਦਾ ਤੇ ਉਸ ਨੂੰ ਆਪਣੀ ਵਰਦੀ ਵੀ ਉਤਾਰ ਦੇਣੀ ਚਾਹੀਦੀ ਹੈ। ਤੇਰੇ ਨਬੀ ਨੇ ਕਿਹਾ ਤੇ ਖੁਦਾ ਦਾ ਇਹ ਅਧਿਕਾਰ ਤੂੰ ਸਾਨੂੰ ਦਿੱਤਾ ਹੈ ਪ੍ਰਭੂ। ਇਹ ਸਾਮਰਥ ਸਾਡੀ ਨਹੀਂ ਹੈ ਪ੍ਰਭੂ, ਇਹ ਸਾਮਰਥ ਤੇਰੀ ਹੈ ਖੁਦਾ ਦਾ। ਅਸੀਂ ਤਾਂ ਸਿਰਫ ਪ੍ਰਭੂ ਯਿਸੂ ਮਸੀਹ ਦਾ ਇਸਤੇਮਾਲ ਕਰਾਂਗੇ। ਤੇਰੇ ਨਾਮ ਪ੍ਰਭੂ ਯਿਸੂ ਮਸੀਹ ਹਰੇਕ